इन्हां दे उत्ते नो कॉन्फिडेंस मोशन सरकार दे उत्ते आया हुआ ये बिल पास करी जांदे ने। जदों कोई किसी के खिलाफ नो कॉन्फिडेंस मोशन आता है वो सब तो पहले उत्ते डिस्कशन करता है, क्योंकि ये नो कॉन्फिडेंस मोशन मणिपुर ते है, ये उदों टलदे है भी ਜਿਹੜੀ ਮਨੀਪੁਰ ਤੋਂ ਲੈ ਕੇ ਹਰਿਆਣੇ ਤੱਕ ਅੱਗ ਨਾਲ ਮੁਲਕ ਝੁਲਸ ਰਿਹਾ ਉਹਦੇ ਤੁਸੀਂ ਗੱਲ ਨਹੀਂ ਕਰਨਾ ਚਾਹੁੰਦੇ ਤੇ ਇਧਰ ਤੁਸੀਂ ਧੜਾ ਧੜ ਬਿੱਲ ਲਿਆਉਣਾ ਚਾਹੁੰਦੇ ਹੋ। ਬਿੱਲ ਜੋ ਪਹਿਲੀ ਗੱਲ ਤਾਂ ਸੈਂਟਰ ਕੋਲ ਰਾਈਟ ਹੈ, ਉਹ ਤੇ ਕੋਈ ਕਿੰਤੂ ਪਰੰਤੂ ਨਹੀਂ ਹੋਊਗਾ। ਆਪਾਂ ਇਹਦੇ ਸਮਝ ਆਇਆ ਨਹੀਂ ਕਰਦੇ, ਤੁਹਾਡਾ ਜਵਾਬ ਆ ਗਿਆ ਕਿ ਮੈਨੂੰ ਲੱਗਦਾ ਕਿ ਕਾਫੀ ਹੈ ਕਿ ਤੁਸੀਂ ਕਹਿੰਦਾ ਵੀ ਸੈਂਟਰ ਕੋਲੇ ਰਾਈਟ ਹੈ, ਅਧਿਕਾਰ ਹੈ, ਸੈਂਟਰ ਕੋਲੇ ਠੀਕ ਹੈ ਬਿੱਲ ਲਿਆਉਣ ਦੇ ਪਾਸ ਕਰਨ ਦੇ ਅਧਿਕਾਰ ਹੈ ਤੇ ਫਿਰ ਸਾਡੀ ਚਰਚਾ ਕਰਨੀ ਲੋਕਾਂ ਦਾ ਵਿਰੋਧ ਕਰਨਾ ਉਹ ਤਾਂ ਫਿਰ ਕੋਈ ਮਾਇਨੇ ਹੀ ਨਹੀਂ ਰੱਖਦਾ, ਫਿਰ ਤਾਂ ਮੈਨੂੰ ਲੱਗਦਾ ਚਰਚਾ ਹੀ ਖਤਮ ਹੈ। ਇਹਨਾਂ ਦੀ ਮੈਂਬਰ ਪਾਰਲੀਮੈਂਟ ਮੀਨਾਕਸ਼ੀ ਲੇਖੀ ਜਿਹੜੀ ਕਿ ਬਹੁਤ ਵੱਡੀ ਵਕੀਲ ਵੀ ਹੈ, ਉਹਨੇ ਇੰਦੀ ਫਲੋਰ ਆਫ ਦੀ ਹਾਊਸ ਇਹ ਗੱਲ ਕਹੀ ਹੈ ਵੀ ਈਡੀ ਸਾਡੇ ਕੋਲ ਹੈ, ਵਿਰੋਧੀਆਂ ਨੂੰ ਉਹਨੇ ਉਂਗਲ ਕਰਕੇ ਕਹੀ ਹੈ ਈਡੀ ਸਾਡੇ ਕੋਲ ਹੈ ਔਰ ਉਹਦਾ ਅਸੀਂ ਸਾਨੂੰ ਪਤਾ ਸੀ ਕਿਵੇਂ ਤੁਹਾਡੇ ਤੇ ਲਾਉਣਾ ਹੈ। ਜਿਹੜੀ ਬੀਜੇਪੀ ਹੈ ਪੰਜਾਬ ਦੇ ਵਿੱਚ ਉਹ ਵੀ ਤਾਂ ਵਿਰੋਧੀ ਧਿਰ ਹੈ, ਉਹ ਵੀ ਵਿਰੋਧ ਕਰਨ ਲਈ ਵਿਰੋਧ ਕਰਦੀ ਹੈ ਤੇ ਕਾਂਗਰਸ ਜਿਹਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਿਆ ਉਹਨਾਂ ਨੇ ਵੀ ਵਿਰੋਧ ਕੀਤਾ। ਹੁਣ ਉਹਦਾ ਤਰਕ ਕੀ ਦਿਓਗੇ? ਉਹਨਾਂ ਦੇ ਵਿਰੋਧ ਮਜਬੂਰੀ ਹੈ ਜੀ। ਪਿਛਲੇ ਹਫਤੇ ਸੁਪਰੀਮ ਕੋਰਟ ਨੇ ਆਪ ਸਰਕਾਰ ਨੂੰ ਐਡੀ ਝਾੜ ਪਾਈ ਹੈ, ਇੱਕ ਉੱਥੇ ਰੋਡ ਪ੍ਰੋਜੈਕਟ ਹੈ ਉਹਨੂੰ 450 ਕਰੋੜ ਰੁਪਏ ਦੇਣੇ ਸੀ, ਇਹਨਾਂ ਨੇ ਸੁਪਰੀਮ ਕੋਰਟ ਜਾ ਕੇ ਹੱਥ ਖੜੇ ਕਰ ਦਿੱਤੇ। ਫਿਰ ਸੁਪਰੀਮ ਕੋਰਟ ਨੂੰ ਇਹਨਾਂ ਨੂੰ ਪੁੱਛਣਾ ਪਿਆ ਵੀ ਮੈਨੂੰ ਐਫੀਡੇਵਿਟ ਦਿਓ ਵੀ ਤੁਸੀਂ ਐਡਵਰਟਾਈਜ਼ਮੈਂਟ ਦੇ ਕਿੰਨੇ ਪੈਸੇ ਖਰਚ ਕੀਤੇ। ਇੱਕ ਤੱਥ ਕਲੀਅਰ ਕਰਦਾ, ਕੇਜਰੀਵਾਲ ਸਾਹਿਬ ਨੇ ਕਦੇ ਨਹੀਂ ਕਿਹਾ ਸੀ ਅਨਾਰਕਿਸਟ ਨੇ। WhatsApp ਯੂਨੀਵਰਸਿਟੀ ਦੀ ਜਾਣਕਾਰੀ ਅੱਜ ਕੱਲ੍ਹ ਨਵੀਂ ਬੀਜੇਪੀ ਦੇ ਪ੍ਰਵਕਤਾ ਕੋਲ ਆਈ ਹੋਈ ਹੈ। ਦੂਜੀ ਗੱਲ, ਜਿਹੜਾ 1150 ਕਰੋੜ ਖਰਚ ਹੋਇਆ ਉਹ 9 ਸਾਲਾਂ 'ਚ ਹੋਇਆ ਜੀ। ਕਿ ਜਿੱਥੇ ਵੀ ਆਪੋਜੀਸ਼ਨ ਰੂਲ ਕਰ ਰਹੀ ਹੈ, ਮਹਾਰਾਸ਼ਟਰ ਦੇਖ ਲਓ ਜੀ, ਮੱਧ ਪ੍ਰਦੇਸ਼ ਦੇਖ ਲਓ, ਪੰਜਾਬ 'ਚ ਵੀ ਕੋਸ਼ਿਸ਼ ਕੀਤੀ ਸੀ, ਉੱਥੇ ਇਹ ਲੋਕਾਂ ਦੀ ਮਰਜ਼ੀ ਨਹੀਂ ਮੰਨਦੇ। ਇਹਨਾਂ ਨੂੰ ਹਜਮ ਇਹ ਨਹੀਂ ਹੋ ਰਿਹਾ ਕਿ ਦਿੱਲੀ ਦੇ ਲੋਕ ਬਾਰ-ਬਾਰ ਆਮ ਆਦਮੀ ਪਾਰਟੀ ਸਰਕਾਰ ਚੁਣਦੇ ਕਿਉਂ। ਅਸਲੀ ਗੱਲ ਆ ਹੈ, ਹੋਰ ਕੋਈ ਲੰਬੀ ਚੌੜੀ ਗੱਲ ਨਹੀਂ ਹੋਈ। ਵਾਜਪਾਈ ਸਾਹਿਬ ਦੇ ਪ੍ਰਾਈਮ ਮਿਨਿਸਟਰ ਬਣਨ ਤੋਂ ਪਹਿਲਾਂ ਹਰ ਪ੍ਰਾਈਮ ਮਿਨਿਸਟਰ ਇੱਕ ਕੋਠੀ ਦੇ ਵਿੱਚ ਰਹਿੰਦਾ ਸੀ। ਉਹਨਾਂ ਨੇ ਕਿੰਨੀਆਂ ਕੋਠੀਆਂ ਤੋੜ ਕੇ ਉਹ ਜਿਹੜੀ 7 RCR ਬਣਾਈ ਹੈ ਜੀ, ਔਰ ਉਹਦੇ ਕਿੰਨੇ ਪੈਸੇ ਲੱਗੇ ਸੀ ਵਾਜਪਾਈ ਸਾਹਿਬ ਵੇਲੇ, ਇਹ ਚੰਨੀ ਸਾਹਿਬ ਭੁੱਲ ਗਏ। ਦੇਖੋ ਗੱਲ ਹੈ ਕਿਸੇ ਤੇ ਉਂਗਲ ਠਾਉਣ ਤੋਂ ਪਹਿਲਾਂ ਆਪ ਦੇਖੋ। ਲੋਕਾਂ ਨੇ ਕਿਹਾ ਜੀ ਅਸੀਂ ਆਮ ਆਦਮੀ ਪਾਰਟੀ ਚੁਣਾਂਗੇ, ਨਹੀਂ ਜੀ ਅਸੀਂ ਇਹਨਾਂ ਦੇ ਰੂਲਸ ਖੋਵਾਂਗੇ, ਕੋਈ ਗੱਲ ਨਹੀਂ ਉਹ ਵੀ ਕਰ ਲਓ। ਲੋਕਾਂ ਨੇ ਕਿਹਾ ਅਸੀਂ ਅਮਨ ਸ਼ਾਂਤੀ 'ਚ ਰਹਿਣਾ, ਨਹੀਂ ਅਸੀਂ ਤੁਹਾਡੀ ਲੜਾਈ ਕਰਾਵਾਂਗੇ, ਅਸੀਂ ਇਹੋ ਜਿਹੇ ਲੋਕਾਂ ਨੂੰ ਮੂਹਰੇ ਕਰਾਂਗੇ ਜਿਹੜੇ ਤੁਹਾਡੀ ਅਮਨ ਸ਼ਾਂਤੀ ਭੰਗ ਕਰਨਗੇ। ਇਹ ਪ੍ਰੂਵ ਕਰਦੇ ਚੰਨੀ ਸਾਹਿਬ, ਮੈਂ ਕੋਰਟ 'ਚ ਭੁਗਤ ਲੂਗਾ, ਇੱਥੇ ਕਹੋਗੇ ਮਾਫੀ ਮੰਗ ਲੂਗਾ, ਇਹ ਤੋਂ ਵੱਡੀ ਗੱਲ ਕੀ ਹੈ? ਗਰੇਵਾਲ ਸਾਹਿਬ, ਜੇ ਇਲਾਹਾਬਾਦ ਦੀ ਪ੍ਰਾਪਰਟੀ ਸੀ ਉਹ ਜਵਾਹਰ ਲਾਲ ਨਹਿਰੂ ਦੀ ਆਪਣੀ ਸੀ, ਉਹ ਛੱਡ ਕੇ ਉਹਦੇ ਵਿੱਚੋਂ ਮਿਊਜ਼ੀਅਮ ਬਣਾਇਆ। ਸੋਨੀਆ ਗਾਂਧੀ ਐਜ ਮੈਂਬਰ ਪਾਰਲੀਮੈਂਟ ਨੂੰ ਕੋਠੀ ਮਿਲੀ ਵੀ ਹੈ ਔਰ ਉਸ ਦੇ ਵਿੱਚ ਰਹਿੰਦੀ ਹੈ। ਇਸ ਕਰਕੇ ਇਹਨਾਂ ਗੱਲਾਂ ਦੇ ਵਿੱਚ ਜਿਹੜੀਆਂ ਆਪਾਂ ਘੁਮਾ ਕੇ ਗੱਲਾਂ ਕਰਦੇ ਆ ਨਾ, ਇਹਨਾਂ ਦੇ ਵਿੱਚੋਂ ਕੁਝ ਨਹੀਂ ਲੱਭਣਾ। ਐਵੇਂ ਹਾਂ ਆਪਾਂ ਨੂੰ ਇੱਕ ਆਦਤ ਪੈ ਗਈ ਝੂਠੇ ਤੋਹਮਤਬਾਜ਼ੀ ਕਰਦੀ, ਉਹ ਗੱਲ ਵੱਖਰੀ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਦੀ ਸਪੋਕਸਮੈਨ ਡਿਬੇਟ 'ਚ ਨਵਜੋਤ ਸਿੰਘ ਢਾਲੀਵਾਲ ਵੱਲੋਂ ਸਵਾਗਤ ਹੈ। ਅੱਜ ਗੱਲ ਦਿੱਲੀ ਦੀ ਕਰਾਂਗੇ, ਕੌਮੀ ਰਾਜਧਾਨੀ ਦੀ ਕਰਾਂਗੇ। ਮਨੀਪੁਰ ਹਿੰਸਾ ਤੋਂ ਬਾਅਦ ਹਰਿਆਣਾ ਵੀ ਹਿੰਸਾ ਦੀ ਅੱਗ ਦੇ ਵਿੱਚ ਝੁਲਸ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਤੇ ਕਈ ਹੋਰ ਇਲਾਕੇ ਸਣੇ ਹਿਮਾਚਲ ਪਾਣੀ ਨਾਲ ਜੂਝ ਕੇ ਹਟੇ ਨੇ ਤੇ ਹਲੇ ਵੀ 2-4 ਹੋ ਰਹੇ ਨੇ। ਇਹ ਸਭ ਹਾਲਾਤ ਦੇ ਦਰਮਿਆਨ ਇਹਨਾਂ ਦੀ ਗੱਲ ਹੋਵੇ, ਇਹ ਸਭ ਦੇ ਦਰਮਿਆਨ ਕੀ ਹੈ ਕਿ ਸੰਸਦ ਦੇ ਵਿੱਚ ਕੁਝ ਬਿੱਲ ਪਾਸ ਹੋ ਰਹੇ ਨੇ ਤੇ ਉਹ ਬਿੱਲ ਭਾਰੀ ਵਿਰੋਧ ਤੋਂ ਬਾਅਦ ਵੀ ਪਾਸ ਹੋ ਰਹੇ ਨੇ। ਉਹਨਾਂ ਨੂੰ ਅਪੋਜ਼ ਕੀਤਾ ਜਾ ਰਿਹਾ, ਓਪੋਜੀਸ਼ਨ ਲਗਾਤਾਰ ਉਹਨਾਂ ਦੇ ਉੱਤੇ ਆਪਣੀ ਸਹਿਮਤੀ ਨਹੀਂ ਪ੍ਰਗਟਾ ਰਹੀ, ਪਰ ਬਾਵਜੂਦ ਇਸ ਦੇ ਬਿੱਲ ਪਾਸ ਹੋ ਜਾਂਦੇ ਆ। ਸ਼ਾਇਦ ਇਹ ਕਿ ਸੱਤਾ ਜਮਾਤ ਕੋਲ ਭਾਰੀ ਬਹੁਮਤ ਹੈ। ਕੀ ਭਾਰੀ ਬਹੁਮਤ ਦੇ ਨਾਲ ਕੁਝ ਵੀ ਹੋਵੇਗਾ, ਇਹ ਲੋਕਤੰਤਰ ਦੇ ਵਿੱਚ ਪੋਸੀਬਲ ਹੈ, ਲੋਕਤੰਤਰ ਦੇ ਵਿੱਚ ਇਹ ਪ੍ਰਵਾਨਿਤ ਹੈ। ਅੱਜ ਇਸ ਉੱਤੇ ਚਰਚਾ ਕਰਾਂਗੇ। ਜਿਹੜਾ ਦਿੱਲੀ ਸੰਬੰਧੀ ਬਿੱਲ ਪਾਸ ਹੋਇਆ, ਉਸ ਤੋਂ ਬਾਅਦ ਦਿੱਲੀ ਸਰਕਾਰ ਤੇ LG ਦੇ ਦਰਮਿਆਨ ਦੂਰੀਆਂ ਵਧਣਗੀਆਂ ਜਾਂ ਘਟਣਗੀਆਂ। ਸਭ ਤੋਂ ਪਹਿਲਾਂ ਇਹ ਦੇਖਣ ਦੀ ਜ਼ਰੂਰਤ ਹੈ ਕਿ ਦਿੱਲੀ ਜਿਹੜਾ ਸੇਵਾ ਬਿੱਲ ਇਹਦੇ ਵਿੱਚ ਖਾਸ ਹੈ ਕੀ ਹੈ। ਗੱਲ ਇਹ ਹੈ ਕਿ ਕੋਈ ਵੀ ਜਿਹੜੇ ਬੋਰਡਸ ਹੋਣਗੇ, ਕਮਿਸ਼ਨ ਨੇ, ਅਥਾਰਟੀਜ਼ ਨੇ, ਇਹਨਾਂ ਦੇ ਜਿਹੜੇ ਮੈਂਬਰ ਹੋਣਗੇ, ਚੇਅਰਮੈਨ ਹੋਣਗੇ, ਚੇਅਰਪਰਸਨ ਹੋਣਗੇ,
ਉਹ ਪ੍ਰੈਜ਼ੀਡੈਂਟ ਵੱਲੋਂ ਜਾਂ LG ਦੇ ਵੱਲੋਂ ਚੁਣਿਆ ਜਾਵੇਗਾ, ਯਾਨੀ ਕਿ ਜਿਹੜਾ ਉਪ ਰਾਜਪਾਲ ਹੈ। ਇਸ ਤੋਂ ਇਲਾਵਾ ਕੇਂਦਰੀ ਕਾਨੂੰਨਾਂ ਤਹਿਤ ਜਿਹੜੀਆਂ ਸੰਸਥਾਵਾਂ ਜਿਹੜੀਆਂ ਬਣੀਆਂ ਨੇ ਉਹਨਾਂ ਦੇ ਜਿਹੜੇ ਮੈਂਬਰਾਂ ਦੀ ਚੋਣ ਆ ਉਹ ਰਾਸ਼ਟਰਪਤੀ ਦੇ ਹੱਥ 'ਚ ਹੋਵੇਗੀ। ਦਿੱਲੀ ਵਿਧਾਨ ਸਭਾ 'ਚ ਪਾਸ ਕਾਨੂੰਨ ਮੁਤਾਬਕ ਬਣੀ ਬਾਡੀਜ਼ ਦੇ ਮੈਂਬਰਸ ਦੀ ਚੋਣ ਜਿਹੜੀ ਹੈ ਉਹ ਉਪ ਰਾਜਪਾਲ ਵੱਲੋਂ ਕੀਤੀ ਜਾਵੇਗੀ। ਇਹ ਜਿਹੜਾ ਦਿੱਲੀ ਸੇਵਾ ਬਿੱਲ ਹੈ। ਔਰ ਨੈਸ਼ਨਲ ਕੈਪੀਟਲ ਸਿਵਲ ਸਰਵਿਸਿਜ਼ ਅਥਾਰਟੀ ਦੇ 3 ਮੈਂਬਰ ਹੋਣਗੇ। ਮੈਂਬਰਾਂ ਦੀ ਚੋਣ ਲਈ ਨੈਸ਼ਨਲ ਕੈਪੀਟਲ ਸਿਵਲ ਸਰਵਿਸਿਜ਼ ਅਥਾਰਟੀ ਭੇਜੇਗੀ ਰਾਸ਼ਟਰਪਤੀ ਤੇ ਉਪ ਰਾਜਪਾਲ ਨੂੰ, ਠੀਕ ਹੈ, ਉਹਨਾਂ ਦੀ ਸਿਫਾਰਿਸ਼ਾਂ ਹੋਣਗੀਆਂ। ਦਿੱਲੀ ਦੇ ਮੁੱਖ ਮੰਤਰੀ ਤੋਂ ਇਲਾਵਾ ਇਹਦੇ ਅੰਦਰ ਮੁੱਖ ਸਕੱਤਰ ਤੇ ਵਧੀਕ ਸਕੱਤਰ ਜਿਹੜੇ ਆ ਉਹ ਅਥਾਰਟੀ ਦੇ ਮੈਂਬਰ ਹੋਣਗੇ। ਇਹਨਾਂ ਦੀ ਸਹਿਮਤੀ ਦੇ ਨਾਲ ਹੀ ਕੋਈ ਚੀਜ਼ਾਂ ਲਾਗੂ ਹੋਣਗੀਆਂ, ਇਹਨਾਂ ਦੀ ਸਹਿਮਤੀ ਦੇ ਨਾਲ ਹੀ ਨਿਯੁਕਤੀਆਂ ਹੋਣਗੀਆਂ, ਇਹਨਾਂ ਦੀ ਸਹਿਮਤੀ ਦੇ ਨਾਲ ਸੇਵਾ ਮੁਕਤੀਆਂ ਹੋਣਗੀਆਂ, ਜਿਹੜੀ ਇਹਦੇ ਵਿੱਚ ਮੋਟੀ ਜੀ ਗੱਲ ਹੈ। ਇਸ ਤੋਂ ਇਲਾਵਾ ਇਸ ਨੂੰ ਲੈ ਕੇ ਜਦੋਂ ਸਾਰੇ ਇਸ ਦੇ ਵਿਰੋਧ ਦੇ ਵਿੱਚ ਸੀ, ਅਮਿਤ ਸ਼ਾਹ ਗ੍ਰਹਿ ਮੰਤਰੀ ਮੁਲਕ ਦੇ ਕੀ ਕਹਿ ਰਹੇ ਸੀ, ਇੱਕ ਵਾਰੀ ਉਹ ਸੁਣਦੇ ਹਾਂ। जो एक्ट बनाने का जिसके पास अधिकार है उसी के पास रूल्स बनाने के अधिकार रहते हैं। एक्ट बनाने का अधिकार भारत सरकार को है, तो एक्ट के रूल बनाने का अधिकार, ये बेसिक समझ का विषय है। मुख्य सचिव के पास जाती ही नहीं थी। मंत्री के सिग्नेचर से पहली बार मैंने इतने लंबे सार्वजनिक जीवन में माननीय अध्यक्ष जी कोई कैबिनेट नोट गई है ऐसा सुना है। मंत्री के सिग्नेचर से कभी नहीं जाती, इसलिए रूल्स बनाने पड़े हैं भाई। रूल्स इसलिए बनाने पड़े हैं कि रूल्स के हिसाब से नहीं चलता। चुनाव जीतने के लिए, किसी समर्थन हासिल करने के लिए, किसी पक्ष का विधेयक का समर्थन करना या विरोध करना, ऐसी राजनीति नहीं करनी चाहिए। नए गठबंधन बनाने के अनेक प्रकार होते हैं। नया गठबंधन बनाने के अनेक प्रकार होते हैं। विधेयक और कानून देश के भले के लिए लेकर आते हैं। इसका विरोध या इसका समर्थन भी देश के और दिल्ली के भले के लिए करना चाहिए। ਤੇ ਇਸ ਉੱਤੇ ਜਿਹੜਾ ਵਿਰੋਧੀ ਧਿਰਾਂ ਦੇ ਵੱਲੋਂ ਜਵਾਬ ਦਿੱਤੇ ਗਏ, ਉਹਨਾਂ ਦੇ ਵੱਲੋਂ ਜਿਹੜੇ ਸਵਾਲਾਂ ਦੇ ਨਾਲ ਪ੍ਰਤੀਕਰਮ ਦਿੱਤੇ ਗਏ, ਇੱਕ ਵਾਰੀ ਉਹ ਸੁਣਦੇ ਹਾਂ। 2015 तक दिल्ली में सब कुछ ठीक था। 2015 के बाद दिल्ली सरकार से सारी शक्तियां छीनने के कानून बनाने की आवश्यकता आन पड़ी। तो ऐसा क्या हो गया 2015 में? 2015 में आज़ाद भारत के इतिहास में सबसे प्रचंड बहुमत की अरविंद केजरीवाल की सरकार बन गई। अरविंद केजरीवाल जी की सरकार बनी तो बीजेपी की राजनीति दिल्ली से खत्म हो गई। बीजेपी का सुपड़ा साफ हो गया। बीजेपी के नेता पॉलिटिकली अनएम्प्लॉयड हो गए, राजनीतिक तौर पर बेरोजगार हो गए। तो फिर ये योजना भाजपा ने बनाई कि दिल्ली की सरकार को ध्वस्त कर दो, निरस्त कर दो, या कभी भाजपा की सरकार तो बन नहीं पाएगी, तो सरकार ही खत्म कर दो। संख्या बल के आधार पर एक राज्य सरकार के खिलाफ आप गैर संवैधानिक बिल पास कर रहे हैं। सुप्रीम कोर्ट में दूर दूर तक ये बिल कहीं टिकेगा नहीं, रुकेगा। जिस पार्टी के लोग शुभेंदु अधिकारी और मुकुल राय पे शारदा नारदा स्कैम का आरोप लगाते हैं और उसको लीडर ऑफ अपोजिशन और पार्टी का राष्ट्रीय उपाध्यक्ष बनाते हैं, उस पार्टी का कुछ बचा है क्या? जिस पार्टी का राष्ट्रीय अध्यक्ष रक्षा सौदे में रिश्वत लेते हुए सजा पा चुका हो, वो लोग भ्रष्टाचार पे बोल रहे हैं। ये ਜਿਹੜਾ ਬਿੱਲ ਹੈ ਇਹ ਬਿਲਕੁਲ ਦਿੱਲੀ ਸ਼ਾਸਨ ਬਾਰੇ ਜਿਹੜਾ ਸੁਪਰੀਮ ਕੋਰਟ ਦਾ ਆਰਡਰ ਆਇਆ, ਸੰਸਦ ਦੀਆਂ ਸ਼ਕਤੀਆਂ ਤੋਂ ਇਹ ਬਿਲਕੁਲ ਬਾਹਰ ਹੈ। ਇਹ ਬਿੱਲ ਲੋਕਾਂ ਵੱਲੋਂ ਚੁਣੀ ਹੋਈ ਜਿਹੜੀ ਸਰਕਾਰ ਹੈ ਉਹਦੇ ਅਧਿਕਾਰਾਂ ਨੂੰ ਜਿਹੜਾ ਕਮਜ਼ੋਰ ਕਰਦਾ ਔਰ ਦਿੱਲੀ ਦੀ ਜਿਹੜੀ ਬਿਊਰੋਕ੍ਰੇਸੀ ਹੈ, ਜਿਹੜੇ ਅਣਚੁਣੇ ਹੋਏ ਅਧਿਕਾਰੀ ਹੈ, ਸਾਰੇ ਉਹਨਾਂ ਬਿੱਲਾਂ ਨੂੰ ਜਿਹੜਾ ਉਹਨਾਂ ਦਾ ਕੰਟਰੋਲ ਹੈ ਉਹਦੇ ਤੇ ਮਜ਼ਬੂਤ ਕਰਦਾ। ਲੋਕਤੰਤਰੀ ਪ੍ਰਕਿਰਿਆ ਸਰ ਇਹਦੇ ਨਾਲ ਬਿਲਕੁਲ ਕਮਜ਼ੋਰ ਹੋ ਜਾਏਗੀ। ਲੋਕਾਂ ਦੇ ਚੁਣੇ ਹੋਏ ਜਿਹੜੇ ਨੁਮਾਇੰਦੇ ਆ, ਲੋਕਾਂ ਦੀ ਗੱਲ ਹੈ ਜਿਹੜੀ ਉਹ ਬਿਲਕੁਲ ਵੀ ਜਿਹੜੀ ਹੈ ਕਰਨੀ ਹੈ ਜਿਹੜੀ ਬਿਲਕੁਲ ਬੰਦ ਹੋ ਜਾਏਗੀ। ਔਰ ਇਸੇ ਬਿੱਲ ਨੂੰ ਲੈ ਕੇ ਜਦੋਂ ਕਾਫੀ ਹੰਗਾਮਾ ਹੋ ਰਿਹਾ ਸੀ ਤੇ VOTING ਦੇ ਦਰਮਿਆਨ ਜਦੋਂ ਪਾਸ ਵੀ ਹੋ ਗਿਆ, ਬਾਕੀ ਤਰ੍ਹਾਂ ਨੇ ਵਾਕਆਊਟ ਕੀਤਾ, ਉਹਨਾਂ ਤਰ੍ਹਾਂ ਦੇ ਨੁਮਾਇੰਦਿਆਂ ਦਾ ਕੀ ਕੁਝ ਕਹਿਣਾ? अगर आपको ये लगे कि यहाँ घोटाला होते रहते, ये घोटाले के लिए क्या ये बिल लाना जरूरी था? आपके हाथ में ईडी है, सीबीआई है, कितने सारे फौजे हैं आपके हाथ में, कितने सारे शक्तियां हैं आपके जेब में, तब उसको इस्तेमाल क्यों नहीं करते? ये घोटाला की चलते
घोटाला की विरोध करने के लिए आपको क्या ये बिल लाना जरूरी था? उधर से चेस खेला जा रहा है, लूडो खेला जा रहा है। सर, मैं इसलिए अपोज कर रहा हूं कि ये आर्टिकल 123 का वायलेशन है। एक सिंपल बिल से आप संविधान को अमेंड नहीं कर सकते। तीसरा, ये थियोरी ऑफ सेपरेशन ऑफ पावर्स का वायलेशन है। चौथा ये है कि सर, सुप्रीम कोर्ट का 4 जुलाई 2018 का 5 जजेस का जजमेंट है। तो इसीलिए मैं ये कहता हूं कि ये इस हाउस को लेजिस्लेटिव कॉम्पिटेंस नहीं है, इसलिए मैं इस बिल की मुखालिफत कर रहा हूं। दिल्ली की सरकार 2015 में ऐसी बन गई कि जो भ्रष्टाचार के मामले में जिसका काम ही नहीं है सेवा करना। अरे सेवा दिल्ली की सरकार जनता की सेवा कर रही है कि नहीं कर रही है, यह फैसला तो करने का अधिकार दिल्ली की जनता को। आप कैसे बैठ के यहां फैसला कर सकते हैं? आपको कौन अधिकार दिया है यहां फैसला करने? चुनाव तो आप भी लड़ते हैं दिल्ली में, लेकिन आप 3 सीट पर सिमट जाते हैं, 3 सीट पर सिमट जाते हैं और उसके बाद भी कहते हैं कि वाह भाई दिल्ली में जो सरकार है उसको सेवा का काम ही नहीं कर रही है। ਔਰ ਇਸ ਤੋਂ ਇਲਾਵਾ ਪੰਜਾਬ ਤੋਂ ਮੰਤਰੀ ਤੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਦਾ ਕੀ ਰੱਦਅਮਲ ਹੈ ਉਹ ਵੀ ਗੌਰ ਕਰਨ ਵਾਲਾ ਹੈ। ਬੀਜੇਪੀ ਦੀ ਸੋਚ ਜਿਹੜੀ ਹੈ ਸਿੱਧੇ ਤੌਰ ਤੇ ਬਾਬਾ ਸਾਹਿਬ ਅੰਬੇਦਕਰ ਜੀ ਦੇ ਸੰਵਿਧਾਨ ਨੂੰ ਖਤਮ ਕਰਨ ਵਾਲੇ ਪਾਸੇ ਉਹ ਲੱਗ ਗਏ। ਸੰਵਿਧਾਨ ਦੀ ਆਤਮਾ ਤੇ ਰੂਹ ਨੂੰ ਖਤਮ ਕਰਨਾ ਉਹਨਾਂ ਦਾ ਸਿੱਧਾ ਜਿਹਾ ਇੱਕ ਮੈਸੇਜ ਹੈ। ਜਿਸ ਤਰ੍ਹਾਂ ਦਿੱਲੀ ਦੇ ਕੈਂਪੀ ਨੇ ਵੀ ਅੱਜ ਕੇਜਰੀਵਾਲ ਦੇ ਬਾਰੇ ਸਾਡੇ ਕੌਮੀ ਕਨਵੀਨਰ ਦੇ ਬਾਰੇ ਪੱਦੀ ਸ਼ਬਦਾਵਲੀ ਦਾ वरतों की थी। मैं समझदा कि देश के लोगों को अब जगह वो खड़े होने का मौका आ गया, बीजेपी को खत्म करने का मौका आ गया। ये जिहड़ा बिल है बड़ा खतरनाक बिल है और ये बिल दे नाल तुसीं ऑर्ਡੀਨੈਂਸ दे नाल कह सकते जे कि आउण वाले जिथे भी किते सत्ता ते रो जिथे इन्हां दे विरोधी होणगे सरकारां होणगीਆਂ ਇਹ ਉਹਨਾਂ ਨੂੰ ਤਾਕਤਾਂ ਜਿਹੜੀਆਂ ਉਹਨਾਂ ਦੀਆਂ ਖਤਮ ਕਰਨੀਆਂ ਔਰ ਗਵਰਨਰ ਦੀਆਂ ਤਾਕਤਾਂ ਵਧਾਉਣਗੀਆਂ। ਇੱਕ ਡਿਕਟੇਟਰਸ਼ਿਪ ਵਾਲੇ ਇੱਕ ਨਾਦਰਸ਼ਾਹੀ ਵੱਲ ਜਿਹੜਾ ਦੇਸ਼ ਹੈ ਉਹਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚਰਚਾ 'ਚ ਆਏ ਹੋਏ ਮਹਿਮਾਨਾਂ ਦਾ ਰਸਮੀ ਤਾਰੂਫ ਕਰਵਾਉਂਦਾ ਹੋਇਆ ਉਹਨਾਂ ਦੇ ਇਸਤਕਬਾਲ ਕਰਾਂਗੇ। ਇਸ ਚਰਚਾ 'ਚ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਅਹਿਬਾਬ ਗਰੇਵਾਲ ਸਾਹਿਬ ਤਸ਼ਰੀਫ ਲੈ ਗਏ। ਜਨਾਬ ਜੀ ਆਇਆਂ ਨੂੰ। ਸੁਖਦੇਵ ਸਿੰਘ ਜੀ ਕਾਂਗਰਸ ਤੋਂ ਆਪਣੀ ਗੱਲਬਾਤ ਰੱਖਣਗੇ, ਸਵਾਗਤ ਹੈ। ਇਕਬਾਲ ਸਿੰਘ ਚੰਨੀ ਜੀ ਬੀਜੇਪੀ ਤੋਂ ਬੁਲਾਰੇ ਨੇ, ਤੁਹਾਡਾ ਇਸ ਚਰਚਾ ਦੇ ਵਿੱਚ ਸਵਾਗਤ ਹੈ। ਚੰਨੀ ਸਾਹਿਬ, ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਤਮਾਮ ਵਿਰੋਧ ਤੋਂ ਬਾਅਦ, ਬਾਇਕਾਟ ਕਰਨ ਤੋਂ ਬਾਅਦ ਔਰ ਲੋਕਾਂ ਦੀ ਉਹ ਚੁਣੀ ਹੋਈ ਸਰਕਾਰ ਜਿਹੜੀ ਕਿ ਇਹ ਤਾਂ ਹੈ ਨਹੀਂ ਕਿ 1-2 ਸੀਟਾਂ ਦਾ ਫਰਕ ਹੋਵੇ ਔਰ ਵੱਡੇ ਮਾਰਜਨ ਦੇ ਨਾਲ ਜਿਹੜੀ ਲੋਕਾਂ ਨੇ ਫਤਵਾ ਦੇ ਕੇ ਦਿੱਲੀ ਸਰਕਾਰ ਚੁਣੀ ਹੈ, ਇਸ ਮੌਕੇ ਉਹਨੂੰ ਵੀ ਅਣਗੌਲਿਆਂ ਕਰ ਦਿੱਤਾ ਗਿਆ ਤੇ ਵਿਰੋਧ ਨੂੰ ਵੀ ਅਣਗੌਲਿਆਂ ਕਰ ਦਿੱਤਾ। ਬਿੱਲ 'ਚ ਅਜਿਹਾ ਹੈ ਕੀ ਖਾਸ ਜਿਹੜਾ ਲਿਆਉਣ ਦੀ ਜ਼ਰੂਰਤ ਪਈ? ਜਿਹੜੀ ਵਿਰੋਧ ਵਾਲੀ ਗੱਲ ਹੈ, ਜਿਹੜੀ ਆਮ ਆਦਮੀ ਪਾਰਟੀ ਹੈ ਇਹਦਾ ਕੰਮ ਹੀ ਵਿਰੋਧ ਕਰਨਾ ਹੈ। ਪਹਿਲੇ ਦਿਨ ਤੋਂ ਹੀ ਇਹਨਾਂ ਨੇ ਵਿਰੋਧ ਤੋਂ ਹੀ ਰਾਜਨੀਤੀ ਸ਼ੁਰੂ ਕੀਤੀ ਹੈ। ਪਾਰਟੀ ਨਿਕਲੀ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਮੁਖੀ ਹੈ ਸੁਪਰੀਮੋ ਕਹਿੰਦੇ ਜਿਹਨੂੰ ਅਰਵਿੰਦ ਕੇਜਰੀਵਾਲ ਦੀ, ਹੁਣ ਪਹਿਲੇ ਦਿਨ ਹੀ ਕਿਹਾ ਕਿ ਮੈਂ ਅਨਾਰਕਿਸਟ ਹਾਂ, ਮੈਂ ਕਿਸੇ ਕਾਨੂੰਨ ਨੂੰ ਨਹੀਂ ਮੰਨਦਾ। ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਖੰਭਿਆਂ ਤੇ ਚੜ੍ਹ ਕੇ ਜਿਹੜੇ ਲੋਕਾਂ ਨੇ ਬਿੱਲ ਨਹੀਂ ਸੀ ਭਰੇ ਹੋਏ ਉਹਨਾਂ ਦੇ ਕਨੈਕਸ਼ਨ ਜੋੜ ਦਿੰਦੇ ਸੀ। ਇਹ ਸਿਰਫ ਵਿਰੋਧ ਕਰਨ ਲਈ ਵਿਰੋਧ ਕਰ ਰਹੇ ਨੇ। ਜਿਹੜੀ ਸੁਪਰੀਮ ਕੋਰਟ ਦੇ ਨਾਂ ਨੂੰ ਵਰਤ ਰਹੇ ਨੇ ਕਿ ਸੁਪਰੀਮ ਕੋਰਟ ਦੇ ਵਿਰੁੱਧ ਇਹ ਕਾਨੂੰਨ ਬਣਾਇਆ ਜਾ ਰਿਹਾ ਹੈ, ਉਹ ਆਪਣੇ ਹੱਕ ਦਾ ਜਿਹੜਾ ਪਹਿਰਾ ਹੈ, ਜਿਹੜੇ ਪਹਿਰੇ ਇਹਨਾਂ ਦੇ ਹੱਕ 'ਚ ਆਉਂਦੇ ਨੇ, ਸਿਰਫ ਉਹੀ ਜਨਤਾ ਦੇ ਲਿਆਉਂਦੇ ਨੇ। ਜਿਹੜਾ ਪੰਜਾਬ ਦੇ ਵਿੱਚ ਬੀਜੇਪੀ ਵਿਰੋਧ ਕਰਦੀ ਹੈ ਉਹ ਕੇਵਲ ਵਿਰੋਧ ਕਰਨ ਲਈ ਹੀ ਵਿਰੋਧ ਕਰਦੀ ਹੈ। ਜਿਹੜੀ ਆਮ ਆਦਮੀ ਪਾਰਟੀ ਹੈ ਸਿਰਫ ਵਿਰੋਧ ਕਰਨ ਲਈ ਵਿਰੋਧ ਕਰ ਰਹੀ ਹੈ। ਨਹੀਂ, ਜਿਹੜੀ ਬੀਜੇਪੀ ਹੈ ਪੰਜਾਬ ਦੇ ਵਿੱਚ ਉਹ ਵੀ ਤਾਂ ਵਿਰੋਧੀ ਧਿਰ ਹੈ, ਉਹ ਵੀ ਵਿਰੋਧ ਕਰਨ ਲਈ ਵਿਰੋਧ ਕਰਦੀ ਹੈ। ਨਹੀਂ, ਬਿਲਕੁਲ ਨਹੀਂ। ਅਸੀਂ ਜਿੱਥੇ ਸਹੀ ਕੰਮ ਦਾ ਜੀ ਉਹਦੀ ਸਰਾਹਨਾ ਕਰਦੇ ਹਾਂ। ਜਦੋਂ ਇਹਨਾਂ ਨੇ ਰਾਜਜੀਤ ਨੂੰ ਜਿਹੜਾ ਐਸਐਸਪੀ ਨੂੰ ਫੜਿਆ, ਮੈਂ ਖੁਦ ਉਹਦੀ ਸਵਾਗਤ ਕੀਤਾ, ਡਿਬੇਟ ਦੇ ਵਿੱਚ ਖੜ ਕੇ ਸਵਾਗਤ ਕੀਤਾ। ਜਿੱਥੇ ਕਿਤੇ ਚੰਗੀ ਗੱਲ ਕਰਦੇ ਹਾਂ ਸਵਾਗਤ ਕਰਦੇ ਹਾਂ। ਰਾਜਜੀਤ ਤਾਂ ਫੜਿਆ, ਰਾਜਜੀਤ ਨੂੰ ਜਿੱਦਣ ਉਹਨੂੰ ਪਰਚਾ ਦਰਜ ਕੀਤਾ, ਜਦੋਂ ਉਹਨੂੰ ਡਿਸਮਿਸ ਕੀਤਾ, ਉਹਨੂੰ ਪਰਚਾ ਦਰਜ ਕੀਤਾ ਤੇ ਅਸੀਂ ਉਸ ਦਿਨ ਵੀ ਕਿਹਾ ਸੀ ਉਹਨੂੰ ਫੜੋ, ਇਹਨਾਂ ਨੇ ਹਾਲ ਤਾਂ ਫੜਿਆ ਨਹੀਂ। ਪਰ ਅਸੀਂ ਜਿਹੜੀ ਚੰਗੀ ਗੱਲ ਹੈ ਉਹਦਾ ਅਸੀਂ ਸਵਾਗਤ ਕਰਦੇ ਹਾਂ। ਇਹ ਸਿਰਫ ਵਿਰੋਧ ਕਰਨ ਲਈ ਵਿਰੋਧ ਕਰਦੇ ਨੇ। ਸੁਪਰੀਮ ਕੋਰਟ ਦੇ ਆਰਡਰਾਂ ਨੂੰ ਇਹ ਗਲਤ ਇੰਟਰਪ੍ਰੈਟ ਕਰ ਰਹੇ ਨੇ। ਸੁਪਰੀਮ ਕੋਰਟ ਨੇ ਜਿਹੜੇ ਆਰਡਰ ਲਿਖੇ ਨੇ ਉਹਦੇ ਵਿੱਚ ਕੱਲ
ਹੋਮ ਮਿਨਿਸਟਰ ਨੇ ਪੜ੍ਹ ਕੇ ਸੁਣਾਏ ਨੇ ਉਹ ਪਹਿਰੇ ਜਿਹੜੇ ਸੁਪਰੀਮ ਕੋਰਟ ਦੇ ਆਰਡਰਾਂ 'ਚ ਲਿਖੇ ਹੋਏ ਨੇ, ਜਿਨ੍ਹਾਂ ਵਿੱਚ ਲਿਖਿਆ ਹੋਇਆ ਹੈ ਕਿ ਫਲਾਣੇ ਸੈਕਸ਼ਨ ਦੇ ਅਧੀਨ ਜਿਹੜੀ ਸੰਸਦ ਹੈ ਉਹ ਦਿੱਲੀ ਦੇ ਮਸਲੇ ਦੇ ਚੰਨੀ ਸਾਹਿਬ ਗੱਲ ਇਹ ਹੈ ਲੋਕਤੰਤਰ ਦੇ ਵਿੱਚ ਲੋਕ ਵੱਡੇ ਆ, ਲੋਕਾਂ ਵੱਲੋਂ ਚੁਣੀਆਂ ਪਾਰਟੀਆਂ ਤੇ ਸਰਕਾਰਾਂ ਵੱਡੀਆਂ ਨੇ। ਗੱਲ ਇਹ ਹੈ ਕਿ ਇਹਨਾਂ ਦਾ ਕੰਮ ਤਾਂ ਚਲੋ ਵਿਰੋਧ ਇਸ ਕਰਕੇ ਕਰਨਾ ਸੀ, ਇਹਨਾਂ ਦੀ ਸਰਕਾਰ ਆ ਵੀ ਇਹਨਾਂ ਹੱਥੋਂ ਪਾਵਰਾਂ ਖੁੱਸਦੀਆਂ ਗਈਆਂ ਤੇ ਇਹਨਾਂ ਨੇ ਵਿਰੋਧ ਕਰਨਾ ਸੀ, ਤੇ ਕਾਂਗਰਸ ਜਿਹਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਿਆ ਇਹਨਾਂ ਨੇ, ਉਹਨਾਂ ਨੇ ਵੀ ਵਿਰੋਧ ਕੀਤਾ। ਹੁਣ ਉਹਦਾ ਤਰਕ ਕੀ ਦਿਓਗੇ? ਉਹਨਾਂ ਦੇ ਵਿਰੋਧ ਮਜਬੂਰੀ ਆ ਜੀ। ਪਿੱਛੇ ਜੇ ਇੱਕ ਡਿਬੇਟ ਹੋਈ ਸੀ ਜਿਸ ਦਿਨ ਇਹਨੇ ਸ਼ੁਰੂ ਕੀਤੀ ਸੀ ਕਾਰਵਾਈ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਤੋਂ ਹਮਾਇਤ ਮੰਗਣ ਦੀ, ਕਿਉਂ ਉਸ ਦਿਨ ਹੀ ਕਿਹਾ ਸੀ ਕਿ ਇਹਨਾਂ ਦਾ ਸੌਦੇਬਾਜ਼ੀ ਚੱਲ ਰਹੀ ਹੈ। ਕਾਂਗਰਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਪਾਰਟੀਆਂ ਨੇ, ਓਵੈਸੀ ਨੇ ਵੀ ਵਿਰੋਧ ਕੀਤਾ। ਓਵੈਸੀ ਤੁਸੀਂ ਉਹਨੂੰ ਸੀਰੀਅਸਲੀ ਨਹੀਂ ਲੈ ਸਕਦੇ, ਓਵੈਸੀ ਨੂੰ ਛੱਡ ਦੋ, ਸੀ ਉਹਨੂੰ ਕੋਈ ਨਾ ਸੀਰੀਅਸਲੀ ਲੈਂਦਾ, ਨਾ ਉਹਦਾ ਕੋਈ ਐਡਾ ਕੋਈ ਇਮੇਜ ਹੈ। ਉਹਦਾ ਇੱਕ ਕੱਟੜ ਧਾਰਮਿਕ ਵਾਦ ਤੇ ਉਹ ਆਪਣਾ ਇਸ਼ੂ ਚਾਹੁੰਦਾ, ਉਹ ਆਪਣਾ ਟਮਾਮੇ ਖੜਾ ਕੀਤਾ ਹੋਇਆ। ਨਹੀਂ ਲੋਕ ਸੀਰੀਅਸ ਲੈਣ ਕਿਸ ਨੂੰ ਸੀਰੀਅਸ? ਜਿਹੜੀਆਂ ਦੋਨੇ ਪਾਰਟੀਆਂ ਦੀ ਗੱਲ ਕਰ ਰਹੇ ਹਾਂ ਅਸੀਂ, ਇਹਨਾਂ ਦਾ ਜਵਾਬ ਦੇ ਰਹੇ ਹਾਂ। ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਜਵਾਬ ਦੇ ਰਹੇ ਹਾਂ ਨਾ ਜੀ ਅਸੀਂ। ਮੈਂ ਕਾਂਗਰਸ ਦੀ ਗੱਲ ਕਰਦਾ, ਤੁਸੀਂ ਕਾਂਗਰਸ ਬਾਰੇ ਪੁੱਛਿਆ। ਅੱਜ ਅਧੀਰ ਰੰਜਨ ਜੀ ਨੇ ਕੱਲ ਉੱਥੇ ਬਿਆਨ ਦਿੱਤਾ ਵੀ ਜਿਹੜੀ ਦਿੱਲੀ ਸਰਕਾਰ ਹੈ ਜੇ ਉਹ ਘੁਟਾਲੇ ਕਰਦੀ ਹੈ ਤਾਂ ਤੁਹਾਡੇ ਕੋਲ ਈਡੀ ਤੇ ਸੀਬੀਆਈ ਹੈ, ਕਿਉਂ ਪਹਿਲੇ ਘੁਟਾਲੇ ਕਰਨ ਦੀ ਇਜਾਜ਼ਤ ਕਿਉਂ ਦਿੱਤੀ ਜਾਵੇ? ਤੁਹਾਨੂੰ ਪਤਾ ਹੈ ਕਿ ਪਾਰਟੀ ਜਿਹੜੀ ਹੈ ਉਹ ਕਰਪਸ਼ਨ ਕਰ ਰਹੀ ਹੈ। ਕਿਵੇਂ ਅਰਵਿੰਦ ਕੇਜਰੀਵਾਲ ਨੇ ਕੋਵਿਡ ਦੇ ਦਿਨਾਂ 'ਚ 45 ਕਰੋੜ ਰੁਪਇਆ ਇੱਕ ਬੰਗਲੇ ਤੇ ਲਾਦਾ। ਸਰ ਮੇਰੀ ਗੱਲ ਸੁਣੋ, ਇੱਕ ਗੱਲ ਸੁਣੋ ਚੰਨੀ ਸਾਹਿਬ, ਗੱਲ ਇਹ ਹੈ ਵੀ ਚੰਨੀ ਸਾਹਿਬ ਗੱਲ ਇਹ ਹੈ ਵੀ ਹੁਣ ਇਹ ਤਾਂ ਉਹ ਗੱਲ ਹੈ ਵੀ ਆਪਾਂ ਪਹਿਲਾਂ ਗੱਲ ਇਹ ਚੱਲਦੀ ਸੀ ਘਰ ਅਜਿਹਾ ਬਣਾਓ ਕਿ ਭੁਚਾਲ ਦੇ ਵਿੱਚ ਨੁਕਸਾਨ ਨਾ ਹੋਵੇ। ਹੁਣ ਇਹ ਆਪਾਂ ਇਹ ਕਿਵੇਂ ਕਹਿ ਦਈਏ ਵੀ ਆਪਾਂ ਇਹੀ ਪ੍ਰਬੰਧ ਕਰੋ ਕਿ ਭੁਚਾਲ ਹੀ ਨਾ ਆਵੇ? ਜਿਹੜੇ ਕੁਦਰਤੀ ਵਰਤਾਰੇ ਹੈ, ਕਿਸੇ ਬੰਦੇ ਦੇ ਵਿਗੜਨ ਦਾ ਕੀ ਅਨੁਮਾਨ ਹੈ, ਕਿਸੇ ਦੇ ਕਰਪਟ ਹੋਣ ਦਾ ਕੀ ਅਨੁਮਾਨ ਹੈ, ਕਿਸੇ ਕੋਈ ਅਨੁਮਾਨ ਤਾਂ ਹੈ ਨਹੀਂ ਕਿਸੇ ਦਾ। ਨਹੀਂ ਧਾਲੀਵਾਲ ਸਾਹਿਬ, ਗੱਲ ਇਹ ਹੈ ਪ੍ਰੀਵੈਂਸ਼ਨ ਜਿੰਨੀ ਕੀਤੀ ਜਾ ਸਕੇ ਉਨੀ ਚੰਗੀ ਹੁੰਦੀ ਹੈ, ਕਿਉਂਕਿ ਇਹ ਜਿਹੜੀ ਸਰਕਾਰ ਹੈ ਜੇ ਕੱਲ ਨੂੰ ਸਾਨੂੰ ਇਹ ਪਤਾ ਲੱਗੇ ਵੀ ਬਹੁਤ ਤਕੜਾ ਭੁਚਾਲ ਆਉਣ ਵਾਲਾ ਜੀ, ਉਦੋਂ ਪਹਿਲਾਂ ਹੀ ਅਸੀਂ ਇਮਾਰਤਾਂ ਢਾਹ ਦੋ, ਅਸੀਂ ਵੀ ਇਮਾਰਤਾਂ ਢਾਹ ਦੋ ਜੀ, ਭੁਚਾਲ ਆਉਣ ਵਾਲਾ, ਮਲਬੇ ਦਾ ਢੇਰ ਬਣਾ ਦਿਓ ਪੂਰਾ ਮੁਲਕ, ਬਣਾ ਦਿਆਂਗੇ। ਮੇਰੀ ਗੱਲ ਤਾਂ ਪੂਰੀ ਹੋ ਲੈਣ ਦਿਓ ਨਹੀਂ, ਮੇਰੀ ਗੱਲ ਪੂਰੀ ਹੋ ਲੈਣ ਦਿਓ। ਪਿਛਲੇ ਹਫ਼ਤੇ ਸੁਪਰੀਮ ਕੋਰਟ ਨੇ ਆਪ ਸਰਕਾਰ ਨੂੰ ਐਡੀ ਝਾੜ ਪਾਈ ਹੈ, ਇੱਕ ਉੱਥੇ ਰੋਡ ਪ੍ਰੋਜੈਕਟ ਹੈ ਉਹਨੂੰ 450 ਕਰੋੜ ਰੁਪਏ ਦੇਣੇ ਸੀ, ਇਹਨਾਂ ਨੇ ਸੁਪਰੀਮ ਕੋਰਟ ਜਾ ਕੇ ਹੱਥ ਖੜੇ ਕਰ ਦਿੱਤੇ। ਫਿਰ ਸੁਪਰੀਮ ਕੋਰਟ ਨੂੰ ਇਹਨਾਂ ਨੂੰ ਪੁੱਛਣਾ ਪਿਆ ਵੀ ਮੈਨੂੰ ਐਫੀਡੇਵਿਟ ਦਿਓ ਵੀ ਤੁਸੀਂ ਐਡਵਰਟਾਈਜ਼ਮੈਂਟ ਦੇ ਕਿੰਨੇ ਪੈਸੇ ਖਰਚ ਕੀਤੇ। ਇਹਨਾਂ ਦੱਸਿਆ ਉੱਥੇ 1150 ਕਰੋੜ ਰੁਪਏ ਇਹਨਾਂ ਨੇ ਐਡਵਰਟਾਈਜ਼ਮੈਂਟ ਤੇ ਖਰਚ ਕਰਤਾ, ਤੇ ਜਿਹੜੀਆਂ ਪਬਲਿਕ ਸਹੂਲਤਾਂ ਉਹਨਾਂ ਲਈ ਇਹਨਾਂ ਕੋਲ ਪੈਸੇ ਨਹੀਂ ਹੈਗੇ। ਇਹ ਆਪਣਾ ਪ੍ਰਚਾਰ ਕਰਨ ਲਈ 1150 ਕਰੋੜ ਖਰਚ ਕਰ ਸਕਦੇ ਨੇ, ਕਿਵੇਂ ਇਹਨਾਂ ਨੂੰ ਇਜਾਜ਼ਤ ਦਿੱਤੀ ਜਾ ਸਕਦੀ ਹੈ? ਚਲੋ ਠੀਕ ਹੈ, ਮੈਂ ਗਰੇਵਾਲ ਸਾਹਿਬ ਤੋਂ ਇਸ ਗੱਲ ਦਾ ਜਵਾਬ ਲੈ ਲੈਣਾ। ਗਰੇਵਾਲ ਸਾਹਿਬ ਗੱਲ ਇਹ ਹੈ ਕਿ ਵੀ ਜਿਹੜੇ ਤੁਸੀਂ ਮਾੜੇ ਕੰਮ ਕਰ ਰਹੇ ਹੋ ਇਹਨਾਂ ਨੂੰ ਦੇਖਦੇ ਹੋਏ ਤੇ ਇਹ ਜਿਹੜੇ ਤੁਸੀਂ ਚੁਣਿੰਦੇ ਦਿਨਾਂ ਦੇ ਵਿੱਚ 2 ਦੂਣੀ 4 ਦੂਣੀ 8 ਵਾਲਾ ਫਾਰਮੂਲਾ ਅਪਣਾਇਆ ਤੇ ਅੱਗੇ ਇਹਨੂੰ ਹੋਰ ਤੁਸੀਂ ਰਫ਼ਤਾਰ ਨਾ ਦੇ ਸਕੋ, ਇਸ ਕਰਕੇ ਬਿੱਲ ਲਿਆਉਣ ਦੀ ਜ਼ਰੂਰਤ ਪਈ ਹੈ। ਤਾਂ ਇਹ ਸਰ ਇੱਕ ਤੱਥ ਕਲੀਅਰ ਕਰਦਾ, ਕੇਜਰੀਵਾਲ ਸਾਹਿਬ ਨੇ ਕਦੇ ਨਹੀਂ ਕਿਹਾ ਸੀ ਅਨਾਰਕਿਸਟ ਨੇ WhatsApp ਯੂਨੀਵਰਸਿਟੀ ਦੀ ਜਾਣਕਾਰੀ ਅੱਜ ਕੱਲ੍ਹ ਨਵੀਂ ਬੀਜੇਪੀ ਦੇ ਪ੍ਰਵਕਤਾ ਕੋਲ ਆਈ ਹੋਈ ਹੈ। ਦੂਜੀ ਗੱਲ, ਜਿਹੜਾ 1150 ਕਰੋੜ ਖਰਚ ਹੋਇਆ ਉਹ 9 ਸਾਲਾਂ 'ਚ ਹੋਇਆ ਜੀ। ਚਲੋ ਕੋਈ ਗੱਲ ਨਹੀਂ, ਉਹ ਆਮ ਬਜਟ ਹੁੰਦਾ ਹਰ ਸਾਲ ਦਾ, ਇੰਨਾ ਹੀ ਰੱਖਿਆ ਜਾਂਦਾ। ਚਲੋ ਤੀਜੀ ਗੱਲ ਜਿਹੜੀ ਮੈਂ ਦੱਸਦਾ ਕਿ ਸੰਵਿਧਾਨ ਦੀ ਤੇ ਸੁਪਰੀਮ ਕੋਰਟ ਦੀ ਜਿੰਨੀ ਇੱਕ ਬੀਜੇਪੀ ਪ੍ਰਵਾਹ ਕਰਦੀ ਹੈ ਕਿ ਕਨਸਟੀਟਿਊਸ਼ਨ ਬੈਂਚ ਇੱਕ ਆਰਡਰ ਪਾਸ ਕਰਦਾ ਹੈ, ਅਮਿਤ ਸ਼ਾਹ ਜੀ ਦੇ ਕਹਾਣੀ ਇਹ ਇੰਟਰਪ੍ਰੇਟ ਕਰ ਰਹੇ ਕਿ ਉਹਨੇ ਤਾਂ ਕਿਹਾ ਹੀ ਨਹੀਂ ਸੀ, ਉਹਨਾਂ ਨੇ ਤਾਂ ਇਹਨਾਂ ਨੂੰ ਕਿਹਾ ਸੀਗਾ ਕਿ ਆਰਡੀਨੈਂਸ ਲਿਆਓ, ਸੰਵਿਧਾਨ ਦੇ ਵਿੱਚ ਚੇਂਜ ਕਰੋ ਤੇ ਫਟਾਫਟ ਦਿੱਲੀ ਸਰਕਾਰ ਦੀਆਂ ਪਾਵਰਾਂ ਲੈ ਲਓ। ਅਸਲ ਗੱਲ ਇਹ ਹੈ ਕਿ ਜਿੱਥੇ ਵੀ ਆਪੋਜੀਸ਼ਨ ਰੂਲ ਕਰ ਰਹੀ ਹੈ, ਮਹਾਰਾਸ਼ਟਰ ਦੇਖ ਲਓ ਜੀ, ਮੱਧ ਪ੍ਰਦੇਸ਼ ਦੇਖ ਲਓ, ਪੰਜਾਬ 'ਚ ਵੀ ਕੋਸ਼ਿਸ਼ ਕੀਤੀ ਸੀ, ਉੱਥੇ ਇਹ ਲੋਕਾਂ ਦੀ ਮਰਜ਼ੀ ਨਹੀਂ ਮੰਨਦੇ। ਇਹਨਾਂ ਨੂੰ ਨਹੀਂ ਸਮਝ ਆਉਂਦੀ ਕਿ ਲੋਕ ਇਹਨਾਂ ਦੇ ਖਿਲਾਫ, ਇਹਨਾਂ ਦੀ ਧਰਮ ਦੀ ਰਾਜਨੀਤੀ ਨੂੰ, ਇਹਨਾਂ ਦੀ ਨਫ਼ਰਤ ਦੀ ਰਾਜਨੀਤੀ ਨੂੰ ਕਿਉਂ ਇੰਨਾ ਗੱਜ ਵੱਜ ਕੇ ਠੁਕਰਾ ਰਹੇ ਨੇ। ਪਰ ਹੁਣ ਇਹਨਾਂ ਨੂੰ ਸਮਝ ਆਉਣੀ ਸ਼ੁਰੂ ਹੋ ਗਈ, ਕਿਉਂਕਿ ਮਨੀਪੁਰ ਤੋਂ ਲੈ ਕੇ ਹਰਿਆਣੇ ਤੱਕ ਇਹਨਾਂ ਨੇ ਅੱਗਾਂ ਬਰਾਬਰ ਲਾਈਆਂ ਨੇ। ਅੱਜ ਇਹਨਾਂ ਦੀ ਭਾਵੁਕਤਾ ਤੇ ਇਹਨਾਂ ਦਾ ਗੁੱਸਾ ਇਹ ਦੱਸ ਰਿਹਾ ਕਿ ਇਹਨਾਂ ਦੀ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਪਤਾ ਇਹਨਾਂ ਨੂੰ ਇਹ ਵੀ ਹੈ ਕਿ ਰਾਜ ਸਭਾ ਵੀ ਪਈ ਹੈ ਤੇ ਇਸ ਦੇਸ਼ ਦੇ ਹਲੇ ਵੀ ਸੰਵਿਧਾਨਕ ਬਾਡੀਜ਼ ਲਾਈਕ ਸੁਪਰੀਮ ਕੋਰਟ ਜ਼ਿੰਦਾ ਨੇ। ਹਲੇ ਇਹਨਾਂ ਦੀ ਪੂਰੀ ਕੋਸ਼ਿਸ਼ ਦੇ ਬਾਵਜੂਦ ਇਹ ਮਾਰ ਨਹੀਂ ਸਕੇ। ਜਿਸ ਕੌਨਫੀਡੈਂਸ ਨਾਲ ਅਮਿਤ ਸ਼ਾਹ ਜੀ ਕਹਿ ਰਹੇ ਸੀ ਘੁਟਾਲੋ ਵਾਲੀ ਸਰਕਾਰ ਫਲਾਣਾ ਧਮਕਾਣਾ ਕਰਦੀ ਆ, ਸਰ ਜੀ 1 ਰੁਪਈਆ ਤਾਂ ਥਿਆ ਨਹੀਂ, ਸਾਡੇ ਇੱਕ ਨੂੰ ਸਾਲ ਡੇਢ ਅੰਦਰ ਰੱਖ ਲਿਆ, 1 ਰੁਪਈਆ ਨਹੀਂ ਲਿਆ ਸਕੇ। ਅਮਨੀਸ਼ ਜੀ ਨੂੰ ਵੀ ਰੱਖ ਲੈਣਗੇ, 2 4 6 ਮਹੀਨੇ ਹੋਰ ਰੱਖ ਲਓ, ਕੋਈ ਗੱਲ ਨਹੀਂ, ਤੁਹਾਨੂੰ 1 ਰੁਪਈਆ ਨਹੀਂ ਥਾਇਆ। ਇੱਥੇ ਇਹੋ ਜਿਹਾ ਸਕੈਮ ਤਾਂ ਮੈਂ ਦੇਖਿਆ ਜਿਹਦੇ ਰੁਪਈਆ ਨਾ ਲੱਭਿਆ ਹੋਵੇ, ਚਲੋ ਉਹ ਵੀ ਕੋਈ ਗੱਲ ਨਹੀਂ।
ਹੁਣ ਰਹੀ ਬੀਜੇਪੀ ਦੀ ਗੱਲ, ਇਹਨਾਂ ਦੀ ਰਾਜਨੀਤੀ ਨੂੰ ਸਭ ਤੋਂ ਵੱਡਾ ਖਤਰਾ ਸਾਡੇ ਤੋਂ ਹੈ। ਕਿਉਂ? ਅਸੀਂ ਇੱਕ ਗੱਲ ਆਵਾਜ਼ ਸਾਰੇ ਜਣੇ ਰਲ ਕੇ ਇੱਕ ਉਠਾ ਰਹੇ ਹਾਂ ਕਿ ਦੇਖੋ ਜੀ, ਜਿਸ ਤਰ੍ਹਾਂ ਦੇਸ਼ 'ਚ ਬਟਵਾਰੇ ਕਰਾ ਰਹੇ ਨੇ ਲੈਫਟ ਰਾਈਟ ਐਂਡ ਸੈਂਟਰ, ਇਹਨਾਂ ਨੂੰ ਰੋਕਣ ਦੀ ਲੋੜ ਹੈ, ਪਹਿਲੀ ਗੱਲ। ਦੂਜੀ ਗੱਲ, ਜਿਸ ਤਰ੍ਹਾਂ ਇਹ ਨਫ਼ਰਤ ਪਵਾ ਕੇ ਲੋਕਾਂ ਨੂੰ ਇਹ ਦਿਖਾ ਰਹੇ ਕਿ ਸਾਹਮਣੇ ਵਾਲਾ ਤੁਹਾਡਾ ਦੁਸ਼ਮਣ ਹੈ, ਇਹ ਇਹਨਾਂ ਨੂੰ ਐਕਸਪੋਜ਼ ਕਰਨ ਦੀ ਗੱਲ ਹੈ। ਥਰਡਲੀ, ਜਿਹੜੀ ਲੋਕਾਂ ਦੀ ਮਰਜ਼ੀ ਹੁੰਦੀ ਹੈ ਉਹ ਮਰਜ਼ੀ ਚੱਲਣੀ ਚਾਹੀਦੀ ਹੈ, ਉਹ ਇਹਨਾਂ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਹੈ। ਡਬਲ ਇੰਜਨ ਸਰਕਾਰਾਂ ਚੱਲਦੀਆਂ ਸੀ, ਇੰਨੀਆਂ ਸਪੀਡ ਤੇ ਚੱਲ ਰਹੀਆਂ ਸੀ ਸਾਰੇ ਪਾਸੇ, ਇੱਕ ਪਾਸੇ ਪਾਰਟੀਸ਼ਨ ਹੋ ਗਿਆ, ਇੱਕ ਪਾਸੇ ਦੰਗੇ ਇਸ ਹੱਦ ਤੱਕ ਹੋ ਗਏ ਕਿ ਹੁਣ ਤਾਂ ਮਤਲਬ ਇੱਕ ਹੋਰ ਥੋੜੀ ਚਿੰਗਾਰੀ ਤਾਂ ਸਾਰੀ ਸਟੇਟ 'ਚ ਫੈਲ ਜੂ। ਸੋ ਅਸੀਂ ਇਹ ਕਹਿ ਰਹੇ ਹਾਂ ਕਿ ਰੱਬ ਤੋਂ ਡਰੋ, ਰੱਬ ਤੋਂ ਹਲੀਮੀ 'ਚ ਰਹਿ ਕੇ ਰਹੋ, ਸੰਵਿਧਾਨ ਤੋਂ ਡਰੋ ਤੇ ਸੁਪਰੀਮ ਕੋਰਟ ਤੋਂ ਡਰੋ। ਸਰਕਲ ਜਿਹੜਾ ਚੱਕਰ ਹੁੰਦਾ ਨਾ, ਸੱਤਾ ਦਾ ਸਰਕਲ, ਇਹ ਘੁੰਮਦਾ ਰਹਿੰਦਾ। ਜਿਸ ਤਰ੍ਹਾਂ ਤੁਸੀਂ ਅੱਤ ਚੁੱਕੀ ਹੈ, ਅੱਤ ਤੇ ਖੁਦਾ ਦਾ ਵੈਰ ਹੁੰਦਾ, ਕੋਈ ਗੱਲ ਨਹੀਂ, ਆਰਡੀਨੈਂਸ ਲੈ ਆਇਓ, ਰਾਜ ਸਭਾ ਦੇਖਾਂਗੇ। ਗਰੇਵਾਲ ਸਾਹਿਬ, ਜਿਹੜਾ ਚੰਨੀ ਸਾਹਿਬ ਕਹਿ ਰਹੇ ਆ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੀ ਤੁਸੀਂ ਉਲੰਘਣਾ ਕਰ ਰਹੇ ਹੋ। ਕਰ ਰਹੀ ਹੈ ਜੀ, ਸੁਪਰੀਮ ਕੋਰਟ ਦੇ 5 ਜੱਜ ਬੈਂਚ ਨੇ ਆਰਡਰ ਪਾਸ ਕੀਤਾ ਕਿ ਜੀ ਜਿਹੜਾ ਹੁਕਮ ਹੈ, ਉਹ ਜਿਹੜਾ ਹੱਕ ਹੈ ਦਿੱਲੀ ਸਰਕਾਰ ਨੂੰ ਦਿੱਤਾ। ਇਹ ਸੁਪਰੀਮ ਕੋਰਟ ਖਤਮ ਹੋਣ ਤੋਂ ਅੱਧਾ ਘੰਟਾ ਪਹਿਲਾਂ, ਛੁੱਟੀਆਂ ਹੋਣ ਤੋਂ ਅੱਧਾ ਘੰਟਾ ਪਹਿਲਾਂ ਆਰਡੀਨੈਂਸ ਲਿਆਉਂਦੇ ਆ। ਸੋ ਅਸੀਂ ਕਿਸ ਤਰ੍ਹਾਂ ਉਲੰਘਣਾ ਕਰ ਰਹੇ ਹਾਂ ਸਰ? ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ। ਇਹਨਾਂ ਨੇ ਇੱਕ ਸੜਕ ਵਾਸਤੇ 450 ਕਰੋੜ ਮੰਗ ਲਿਆ, ਇਹ ਕਰ ਲਿਆ, ਉਹ ਕਰ ਲਿਆ। ਉਹ ਡੇ ਟੂ ਡੇ ਗਵਰਨੈਂਸ ਦੀਆਂ ਗੱਲਾਂ ਨੇ ਧਾਲੀਵਾਲ ਸਾਹਿਬ। ਇਹ ਓਵਰਆਲ ਵੱਡੀ ਪਿਕਚਰ ਹੈ ਐਂਡ ਓਬੇਸੀ ਠੀਕ ਨਹੀਂ, ਕਿਉਂਕਿ ਮੁਸਲਮਾਨਾਂ ਨੂੰ ਅਸੀਂ ਬੰਦਾ ਹੀ ਨਹੀਂ ਸਮਝਦੇ, ਕੋਈ ਹੋਰ ਹੈ ਉਹਨੂੰ ਅਸੀਂ ਬੰਦਾ ਹੀ ਨਹੀਂ ਸਮਝਦੇ। ਅਸੀਂ ਤਾਂ ਸਿਰਫ ਆਪਣੀ ਜਿਹੜੀ ਆਪਣੀ ਜਾਲੀ ਰਾਸ਼ਟਰਵਾਦੀ ਰਾਜਨੀਤੀ ਉਹਨੂੰ ਸੱਚਾ ਸਮਝਦੇ ਹਾਂ। ਮੇਰਾ ਦੂਜਾ ਸਵਾਲ ਇਹ ਹੈ ਕਿ ਇਸ ਤੋਂ ਪਹਿਲਾਂ ਮੈਂ ਸੁਖਦੇਵ ਜੀ ਕੋਲ ਜਾਵਾਂ, ਗੱਲ ਇਹ ਆ, ਜਦੋਂ ਮੁੱਖ ਮੰਤਰੀ ਦਿੱਲੀ ਨੂੰ ਉਸ ਪੈਨਲ ਦੇ ਵਿੱਚ ਰੱਖਿਆ ਗਿਆ ਮੈਂਬਰ ਦੇ ਤੌਰ ਤੇ, ਚੀਫ ਸੈਕਟਰੀ ਨੂੰ ਰੱਖਿਆ ਗਿਆ, ਫਿਰ ਤੁਹਾਨੂੰ ਡਰ ਕਾਹਦਾ ਸਤਾ ਰਿਹਾ? ਮੈਂ ਦਾ ਨਾਮ ਤਾਂ ਇਹਨਾਂ ਨੇ ਲੈਤਾ, ਬੇਸਿਕਲੀ ਤਾਂ ਇਹਨਾਂ ਨੇ ਮਾਈਕਰੋ ਮੈਨੇਜ ਕਰਨਾ ਹੈ, ਮਾਈਕਰੋ ਮੈਨੇਜ ਕਰਨਾ। ਸੋ ਜਦੋਂ ਤੁਸੀਂ ਇੱਕ ਹੌਲਦਾਰ ਦੀ ਵੀ ਬਦਲੀ ਨਹੀਂ ਕਰਾ ਸਕਦੇ, ਤੁਸੀਂ ਸਰਕਾਰ ਕਿਵੇਂ ਚਲਾਓਗੇ? ਇਹਨਾਂ ਨੂੰ ਹਜਮ ਇਹ ਨਹੀਂ ਹੋ ਰਿਹਾ ਕਿ ਦਿੱਲੀ ਦੇ ਲੋਕ ਬਾਰ-ਬਾਰ ਆਮ ਆਦਮੀ ਪਾਰਟੀ ਸਰਕਾਰ ਚੁਣਦੇ ਕਿਉਂ। ਅਸਲੀ ਗੱਲ ਆ ਹੈ, ਹੋਰ ਕੋਈ ਲੰਬੀ ਚੌੜੀ ਗੱਲ ਨਹੀਂ ਇਹਦੇ ਵਿੱਚ। ਠੀਕ ਹੈ ਸੁਖਦੇਵ ਜੀ, ਗੱਲ ਇਹ ਹੈ ਵੀ ਕਹਿੰਦੇ 3 'ਚ ਨਾ 13 'ਚ ਤਾਂ ਤੁਹਾਡੀ ਤਾਂ ਇਹ ਮਜਬੂਰੀ ਹੈ ਵੀ ਕਿਵੇਂ ਨਾ ਕਿਵੇਂ ਸੱਤਾ ਦੇ ਵਿੱਚ ਆ ਜਾਈਏ, ਕਿਸੇ ਨਾ ਕਿਸੇ ਦੇ ਪਲੜੇ ਬੰਨ੍ਹ ਕੇ ਆ ਜਾਈਏ, ਵੀ ਤੁਹਾਨੂੰ ਵੀ ਹਾਂ 'ਚ ਹਾਂ ਮਿਲਾਉਣੀ ਪਏਗੀ, ਅਦਰਵਾਈਜ਼ ਤੁਹਾਡੇ ਇਹ ਗੱਲ ਵਸਦੀ ਜਾਂ ਤੁਹਾਡੇ ਇਹ ਪੱਖ ਦੀ ਨਹੀਂ ਸੀ। ਦੇਖੋ ਧਾਲੀਵਾਲ ਸਾਹਿਬ, ਗੱਲ ਇਹ ਹੈ, ਕੋਈ ਕੁਛ ਕਹੇ, ਸਾਨੂੰ ਉਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ। ਮੇਰੀ ਆਵਾਜ਼ ਵਾਪਸ ਆ ਰਹੀ ਹੈ ਧਾਲੀਵਾਲ ਸਾਹਿਬ, ਇਹ ਥੋੜਾ ਜਿਹਾ ਠੀਕ ਕਰਵਾ ਦਿਓ ਜੀ। ਜੀ, ਤੇ ਜਿਹੜੀ ਗੱਲ ਇਹ ਕਹਿ ਰਹੇ ਨੇ ਵੀ ਅਸੀਂ 3 'ਚ 13 'ਚ ਪਲੇਅਰਾਂ ਜਾਂ ਸਪੇਅਰਾਂ 'ਚ ਕੁਝ ਵੀ ਕਹਿ ਸਕਦੇ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਇਹ ਗੱਲ ਸਾਫ਼ ਕੰਧ ਤੇ ਸ਼ੀਸ਼ੇ ਵਾਂਗੂ ਸਾਫ਼ ਹੈ ਵੀ ਅਸੀਂ ਦੇਸ਼ ਦੀ ਸਭ ਤੋਂ ਵੱਡੀ ਆਪੋਜੀਸ਼ਨ ਪਾਰਟੀ ਆ, ਔਰ ਸਾਰੇ ਦੇਸ਼ ਦੇ ਵਿੱਚ ਸਾਡਾ ਆਪਣਾ ਉਹ ਹੈ, ਔਰ ਸਭ ਤੋਂ ਪੁਰਾਣੀ ਪਾਰਟੀ ਆ। ਔਰ ਇਸ ਗੱਲ ਨੂੰ ਡਰਾਈ ਨਹੀਂ ਕੀਤਾ ਜਾ ਸਕਦਾ, ਚਾਹੇ ਉਹ ਲੋਕ ਸਭਾ ਹੈ, ਚਾਹੇ ਉਹ ਆਪਣਾ ਰਾਜ ਸਭਾ ਹੈ। ਸਾਡੇ ਮੈਂਬਰ ਬੀਜੇਪੀ ਤੋਂ ਬਾਅਦ ਸਭ ਤੋਂ ਵੱਧ ਨੇ। ਇਸ ਕਰਕੇ ਇਸ ਗੱਲ ਦਾ ਕੋਈ ਕੁਝ ਕਹੇ ਉਹ ਬੇਤਰਕੀ ਗੱਲ ਹੈ, ਇਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਦੂਜੀ ਗੱਲ, ਆਪਾਂ ਜੇ ਉਸ ਬਿੱਲ ਤੇ ਆ ਜਾਈਏ, ਦੇਖੋ ਜੋ ਇਹ ਕਹਿੰਦੇ ਜੀ ਗੈਰ ਸੰਵਿਧਾਨਕ ਹੈ, ਇਹ ਸੁਪਰੀਮ ਕੋਰਟ ਦੀ ਉਲੰਘਣਾ ਹੈ। ਮੈਨੂੰ ਇੱਕ ਗੱਲ ਦੱਸ ਦੇਣ ਸਾਡੇ ਬੀਜੇਪੀ ਦੇ ਬੁਲਾਰਾ ਸਾਹਿਬ, ਜਦੋਂ ਕਿਸੇ ਸਰਕਾਰ ਦੇ ਉੱਤੇ ਨੋ ਕੌਨਫੀਡੈਂਸ ਮੋਸ਼ਨ ਆ ਜਾਂਦਾ ਹੈ, ਉਹਦੇ ਵਿੱਚ ਬਿੱਲ ਪਾਸ ਨਹੀਂ ਕੀਤੇ ਜਾਂਦੇ। ਇਹ ਵੀ ਸੰਵਿਧਾਨ ਕਹਿੰਦਾ ਹੈ, ਇਹ ਵੀ ਸੰਵਿਧਾਨ ਦੇ ਵਿੱਚ ਕੁਝ ਚੀਜ਼ਾਂ ਦਰਜ ਨੇ, ਕੁਝ ਸਾਡੀਆਂ ਕਨਵੈਨਸ਼ਨਸ ਨੇ, ਔਰ ਜਿਹੜੀਆਂ ਕਿ ਸਾਰੇ ਜੋ ਦੇਸ਼ ਆਜ਼ਾਦ ਹੁੰਦਾ ਨਾਲ ਚੱਲਦੀਆਂ ਨੇ। ਔਰ ਉਹਦੇ ਵਿੱਚ ਇਹਨਾਂ ਦੇ ਉੱਤੇ ਨੋ ਕੌਨਫੀਡੈਂਸ ਮੋਸ਼ਨ ਸਰਕਾਰ ਦੇ ਉੱਤੇ ਆਇਆ ਹੋਇਆ, ਇਹ ਬਿੱਲ ਪਾਸ ਕਰੀ ਜਾਂਦੇ ਨੇ। ਦੇਖੋ, ਚਾਹੀਦਾ ਤਾਂ ਇਹ ਹੁੰਦਾ, ਅੱਜ ਤੱਕ ਜੋ ਹੋਇਆ ਪਾਰਲੀਮੈਂਟ ਦੇ ਵਿੱਚ, ਜਦੋਂ ਕੋਈ ਕਿਸੇ ਦੇ ਖਿਲਾਫ ਨੋ ਕੌਨਫੀਡੈਂਸ ਮੋਸ਼ਨ ਆਉਂਦਾ, ਉਹ ਸਭ ਤੋਂ ਪਹਿਲਾਂ ਉੱਤੇ ਡਿਸਕਸ਼ਨ ਕਰਦਾ, ਕਿਉਂਕਿ ਇਹ ਨੋ ਕੌਨਫੀਡੈਂਸ ਮੋਸ਼ਨ ਮਨੀਪੁਰ ਤੇ ਹੈ, ਇਹ ਉਦੋਂ ਟਲਦੇ ਆ, ਇਹ ਉਸ ਨੂੰ ਘੁਮਾ ਫਰਾ ਕੇ ਆਪਦੇ ਜਿਹੜੇ ਕਾਲੀ ਦੇ ਬਿੱਲ ਵਿੱਚ ਪਾਸ ਕਰਨਾ ਚਾਹੁੰਦੇ ਆ, ਕਿਉਂਕਿ ਇਹਨਾਂ ਨੇ ਮਨੀਪੁਰ ਦੀ ਡਿਬੇਟ ਤੋਂ ਭੱਜਣਾ। ਔਰ ਅਗਲੀ ਗੱਲ, ਚੰਨੀ ਸਾਹਿਬ ਨੇ ਕੁਝ ਗੱਲਾਂ ਉਠਾਈਆਂ ਨੇ, ਦੇਖੋ ਜੀ ਵੀ ਅਸੀਂ ਮੌਕਾ ਕਿਉਂ ਦੇਈਏ। ਮੈਂ ਕੇਜਰੀਵਾਲ ਸਾਹਿਬ ਨੇ 45 ਕਰੋੜ ਦੀ ਕੋਠੀ ਬਣਾਈ, ਉਹਦੀ ਨਿੰਦਾ ਕਰਦਾ, ਉਹਦਾ ਅਸੀਂ ਵਿਰੋਧ ਕਰਦੇ ਹਾਂ, ਪਰ ਅਸੀਂ ਨਾਲ ਉਸ ਗੱਲ ਦਾ ਵੀ ਵਿਰੋਧ ਕਰਦੇ ਹਾਂ। ਚੰਨੀ ਸਾਹਿਬ ਭੁੱਲ ਗਏ, ਵਾਜਪਾਈ ਸਾਹਿਬ ਦੇ ਪ੍ਰਾਈਮ ਮਿਨਿਸਟਰ ਬਣਨ ਤੋਂ ਪਹਿਲਾਂ ਹਰ ਪ੍ਰਾਈਮ ਮਿਨਿਸਟਰ ਇੱਕ ਕੋਠੀ ਦੇ ਵਿੱਚ ਰਹਿੰਦਾ ਸੀ। ਉਹਨਾਂ ਨੇ ਕਿੰਨੀਆਂ ਕੋਠੀਆਂ ਤੋੜ ਕੇ ਉਹ ਜਿਹੜੀ 7 RCR ਬਣਾਈ ਹੈ ਜੀ, ਔਰ ਉਹਤੇ ਕਿੰਨੇ ਪੈਸੇ ਲੱਗੇ ਸੀ ਵਾਜਪਾਈ ਸਾਹਿਬ ਵੇਲੇ, ਇਹ ਚੰਨੀ ਸਾਹਿਬ ਭੁੱਲ ਗਏ। ਦੇਖੋ, ਗੱਲ ਹੈ ਕਿਸੇ ਤੇ ਉਂਗਲ ਠਾਉਣ ਤੋਂ ਪਹਿਲਾਂ ਆਪ ਦੇਖੋ,
ਇੰਦਰਾ ਗਾਂਧੀ ਇੱਕ ਕੋਠੀ 'ਚ ਰਹੇ, ਜਵਾਹਰ ਲਾਲ ਨਹਿਰੂ ਇੱਕ ਕੋਠੀ 'ਚ ਰਹੇ, ਰਾਜੀਵ ਗਾਂਧੀ ਇੱਕ ਕੋਠੀ 'ਚ ਰਹੇ, ਜਿਹੜੀ ਮਿਲ ਜਾਂਦੀ ਸੀ ਉਹਦੇ ਵਿੱਚ ਰਹਿੰਦੇ ਸੀ। ਉਹਨਾਂ ਨੇ ਕਦੇ ਕੋਈ ਸਪੈਸ਼ਲ ਕੋਠੀ ਨਹੀਂ ਬਣਾਈ। ਇਹ ਵਾਜਪਾਈ ਸਾਹਿਬ ਤੋਂ ਬਾਅਦ ਵੇਲੇ ਸ਼ੁਰੂ ਹੋਇਆ ਕੰਮ ਆ ਕੇ। ਇਸ ਕਰਕੇ ਇਹ ਗੱਲ ਨੂੰ ਚੰਨੀ ਸਾਹਿਬ ਮੇਰੀ ਗੱਲ ਨੂੰ ਯਾਦ ਰੱਖ ਲੈਣ। ਅਗਲੀ ਗੱਲ ਜਿਹੜੀ ਗੱਲ ਅੱਜ ਜੋ ਅਸੀਂ ਗੱਲਾਂ ਕਰ ਰਹੇ ਹਾਂ ਵੀ ਦੇਖੋ ਜੀ ਸਾਡੀ ਮਜਬੂਰੀ, ਸਾਡੀ ਕੋਈ ਮਜਬੂਰੀ ਨਹੀਂ। ਅਸੀਂ ਤਾਂ ਇਹ ਕਹਿੰਦੇ ਆ ਵੀ ਸੰਵਿਧਾਨ ਦੀ ਪਾਲਣਾ ਹੋਣੀ ਚਾਹੀਦੀ ਆ। ਅਸੀਂ ਜਿਹੜੀ ਕੋਈ ਕਿਸੇ ਨੇ ਪ੍ਰੀ ਕੰਡੀਸ਼ਨ ਰੱਖੀ ਸੀ ਅਸੀਂ ਉਹਨੂੰ ਵੀ ਨਹੀਂ ਸੀ ਮੰਨਿਆ। ਅਸੀਂ ਕਿਹਾ ਸੀ ਸਾਡਾ ਪਾਰਲੀਮੈਂਟ ਦਾ ਜੋ ਸਾਡਾ ਉਹਦੇ 'ਚ ਫੈਸਲਾ ਹੋਊਗਾ ਔਰ ਉਹੀ ਅਸੀਂ ਕਰਾਂਗੇ ਜੋ ਸਹੀ ਹੋਊਗਾ, ਔਰ ਸਹੀ ਗੱਲ ਦੀ ਅਸੀਂ ਹਮਾਇਤ ਕਰਦੇ ਹਾਂ। ਦੂਜੀ ਗੱਲ ਜਿਹੜੀ ਇਹ ਗੱਲ ਕਹਿੰਦੇ ਆ ਵੀ ਜੀ ਘਟਾਲਾ ਹੋਣ ਹੀ ਕਿਉਂ ਦੇਈਏ, ਅਸੀਂ ਕਹਿੰਦੇ ਆ ਵੀ ਭਾਈ ਸੈਂਟਰ ਦੇ ਵਿੱਚ ਤਾਂ ਤੁਸੀਂ ਬੈਠੇ ਹੋ, ਤੁਸੀਂ ਨਹੀਂ ਹੋਣ ਦੇਣਾ। ਤੁਹਾਨੂੰ ਨਹੀਂ ਚਾਹੀਦਾ ਵੀ ਕੋਈ ਘਟਾਲਾ ਹੋਵੇ, ਪਰ ਗੱਲ ਘੁੰਮ ਘਮਾ ਕੇ ਉੱਥੇ ਆਉਂਦੀ ਹੈ ਵੀ ਜੇ ਕੋਈ ਗੈਰ ਸੰਵਿਧਾਨਕ ਗੱਲ ਹੋਊਗੀ ਉਹਦੇ ਵਾਸਤੇ ਕਾਂਗਰਸ ਪਾਰਟੀ ਪਹਿਲਾਂ ਵੀ ਖੜਦੀ, ਹੁਣ ਵੀ ਹੈ ਤੇ ਖੜਦੀ ਰਹੂਗੀ। ਚੰਨੀ ਸਾਹਿਬ, ਹਾਲਾਂਕਿ ਤੁਸੀਂ ਕਈ ਗੱਲਾਂ ਦੇ ਜਵਾਬ ਆਪ ਹੀ ਦੇਣੇ ਹੋਣਗੇ, ਪਰ ਮੈਂ ਇੱਕ ਗੱਲ ਪੁੱਛ ਲੈਣਾ। ਤੁਸੀਂ ਗੱਲ ਕਹੀ ਸੀਗੀ ਕਿ ਘਟਾਲਾ ਹੋਵੇ ਹੀ ਨਾ। ਸਰਕਾਰ ਬਹੁਤ ਪੈਸਾ ਖਰਚ ਕਰਦੀ ਹੈ ਜਿਹੜੀਆਂ ਮਿਲਟਰੀ ਤੋਂ ਇਲਾਵਾ ਜਿਹੜੀ ਪੈਰਾਮਿਲਟਰੀ ਫੋਰਸਿਸ ਹੁੰਦੀਆਂ ਨੇ, ਬਹੁਤ ਪੈਸਾ ਖਰਚ ਹੁੰਦਾ ਹੈ ਈਡੀ ਦੇ ਉੱਤੇ, CBI ਦੇ ਉੱਤੇ, तमाम ਯਾਨੀ ਕਿ ਏਜੰਸੀਜ਼ ਦੇ ਉੱਤੇ। ਬਹੁਤ ਜਗ੍ਹਾ ਰੇਡ ਹੁੰਦੀਆਂ ਨੇ, ਛਾਪੇਮਾਰੀ ਹੁੰਦੀਆਂ ਨੇ, ਵੱਖੋ ਵੱਖਰੇ ਡਿਪਾਰਟਮੈਂਟਸ ਦੇ ਵੱਲੋਂ ਕੀਤੇ ਜਾਂਦੇ, ਚਾਹੇ NIA ਕਰੇ, CID ਕਰੇ, ED ਕਰੇ, ਕੋਈ ਵੀ ਕਰੇ ਕਿ ਸਾਡੇ ਕੋਲ ਇਨਪੁਟ ਸੀਗਾ। ਇੱਕ ਆਮ ਬੰਦੇ ਦੇ ਘਰੇ ਵੀ ਰੇਡ ਹੋ ਜਾਂਦੀ ਹੈ ਕਿ ਉਹਦੇ ਕੋਲ ਸਰਹੱਦ ਪਾਰ ਤੋਂ ਹਥਿਆਰ ਆਏ ਸੀਗੇ। ਇੱਕ ਆਮ ਬੰਦਾ ਜਿਹਨੂੰ ਗਵਾਂਢੀ ਤੱਕ ਨਹੀਂ ਜਾਣਦਾ ਹੁੰਦਾ। ਜਦੋਂ ਤੁਹਾਡੀਆਂ ਏਜੰਸੀਜ਼ ਇਸ ਲੈਵਲ ਤੱਕ ਕੰਮ ਕਰ ਜਾਂਦੀਆਂ ਨੇ, ਇਹ ਤਾਂ ਮੈਨੂੰ ਲੱਗਦਾ ਕੋਈ ਟਾਹਣੀ ਤੋਂ ਪੱਤਾ ਨਹੀਂ ਤੋੜ ਸਕਦੇ। ਗੱਲ ਇਹ ਹੈ ਵੀ ਇਹਦੇ ਲਈ ਇਹ ਬਿੱਲ ਲਿਆਉਣਾ ਇੰਨੀ ਅੱਗ ਦੇ ਵਿੱਚ ਕਿਉਂ ਜ਼ਰੂਰੀ ਸੀਗਾ? ਜਿਵੇਂ ਸੁਖਦੇਵ ਜੀ ਕਹਿ ਰਿਹਾ ਵੀ ਜਿਹੜੀ ਮਨੀਪੁਰ ਤੋਂ ਲੈ ਕੇ ਹਰਿਆਣੇ ਤੱਕ ਅੱਗ ਨਾਲ ਮੁਲਕ ਝੁਲਸ ਰਿਹਾ, ਉਹਦੇ ਤੁਸੀਂ ਗੱਲ ਨਹੀਂ ਕਰਨਾ ਚਾਹੁੰਦੇ ਤੇ ਇਧਰ ਤੁਸੀਂ ਧੜਾ ਧੜ ਬਿੱਲ ਲਿਆਉਣਾ ਚਾਹੁੰਦੇ ਹੋ, ਜਾਂ ਉਸ ਨੂੰ ਢਾਲ ਬਣਾ ਲਿਆ ਗਿਆ, ਉਹਦਾ ਓਟ ਆਸਰਾ ਲੈ ਕੇ ਵੀ ਕਿਹਾ ਵੀ ਫਟਾਫਟ ਲੰਘਾ ਦਈਏ ਜੋ ਨਿਕਲਦਾ। ਨਹੀਂ ਦੇਖੋ, ਗੱਲ ਇਹ ਹੈ, ਪਹਿਲਾਂ ਮੈਂ ਤੁਹਾਡੀ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਸੁਖਦੇਵ ਸਿੰਘ ਜੀ ਨੇ ਜਿਹੜੀ ਗੱਲ ਕੀਤੀ ਹੈ ਵਾਜਪਾਈ ਸਾਹਿਬ ਦੀ ਕੋਠੀ ਦੀ ਤੇ ਕੇਜਰੀਵਾਲ ਦੀ ਕੋਠੀ ਦਾ ਮੁਕਾਬਲਾ ਕੀਤਾ, ਉਹ ਮੈਂ ਕਲੀਅਰ ਕਰਦਾ। ਵਾਜਪਾਈ ਦੀ ਜਿਹੜੀ ਕੋਠੀ ਬਣੀ ਉਹ ਕਾਨੂੰਨ ਦੇ ਦਾਇਰੇ ਨਾਲ ਬਣੀ, ਤੇ ਜਿਹੜੀ ਅਰਵਿੰਦ ਕੇਜਰੀਵਾਲ ਨੇ ਬੰਗਲਾ ਬਣਾਇਆ ਉਹ ਬੰਗਲਾ ਕਾਨੂੰਨਾਂ ਨੂੰ ਛਿੱਕੇ ਟੰਗ ਕੇ, ਉਹ ਨਾ ਉਹਦਾ ਟੈਂਡਰ ਕੀਤਾ ਗਿਆ, ਨਾ ਉਹਦਾ ਇੱਕ ਐਸਟੀਮੇਟ ਬਣਾਇਆ ਗਿਆ। ਉਹਨੂੰ ਰੈਨੋਵੇਸ਼ਨ ਦੇ ਨਾਂ ਤੇ ਅਲੱਗ-ਅਲੱਗ ਇੱਕੋ ਜਗ੍ਹਾ ਤੇ 45 ਕਰੋੜ ਖਰਚ ਕਰਨ ਦੀ ਦਿਖਾਉਣ ਦੀ ਬਜਾਏ ਅਲੱਗ-ਅਲੱਗ ਟੋਟੇ ਕਰਕੇ ਖਰਚ ਕਰਕੇ ਦਿਖਾਇਆ ਗਿਆ, ਜਿਹੜਾ ਕਿ ਕਾਨੂੰਨ ਨੂੰ ਠੇਂਗਾ ਦਿਖਾਉਣ ਲਈ ਗੱਲ ਕੀਤੀ ਇਹਨਾਂ ਨੇ। ਇਹ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ, ਇੱਕ ਕਾਨੂੰਨ ਨਾਲ ਜਿੰਨਾ ਮਰਜ਼ੀ ਖਰਚ ਕਰ ਲਓ, ਕੋਈ ਕਿਸੇ ਨੂੰ ਕੋਈ ਇਤਰਾਜ਼ ਨਹੀਂ। ਇੱਕ ਤੁਸੀਂ ਕਾਨੂੰਨ ਨੂੰ ਖਰਾਬ ਕਰਕੇ ਕਾਨੂੰਨ ਨੂੰ ਪਾਸੇ ਕਰਕੇ ਕਾਰਵਾਈ ਕਰਦੇ ਹੋ, ਉਹਦਾ ਜ਼ਰੂਰ ਐਕਸ਼ਨ ਹੁੰਦਾ ਤੇ ਉਹ ਹੋਊਗਾ ਵੀ। ਦੂਜੀ ਗੱਲ, ਜਿਹੜੀ ਗੱਲ ਤੁਸੀਂ ਕਹੀ ਹੈ CBI ED ਦੀ, ਮੈਂ ਤੁਹਾਨੂੰ ਕਲੀਅਰ ਕਰ ਦੇਣੀ ਚਾਹੁੰਦਾ ਧਾਲੀਵਾਲ ਸਾਹਿਬ। ਗੱਲ ਇਹ ਹੈ ਵੀ ਜਿਹੜੀਆਂ ਏਜੰਸੀਆਂ ਨੇ ਉਹ ਤੁਸੀਂ ਪਿਛਲਾ ਇਤਿਹਾਸ ਦੇਖ ਲਓ, CBI ED ਕਿੰਨਾ ਕੁ ਕੰਮ ਕਰਦੀਆਂ ਸੀ ਪਹਿਲਾਂ। ਮੇਰੇ ਹਿਸਾਬ ਨਾਲ ਤੁਸੀਂ ਵੀ ਸਮਝਦੇ ਹੋਵੋਗੇ ਇਹ ਪਹਿਲਾਂ ਨਹੀਂ ਕਰਦੀਆਂ ਸੀ, ਹੁਣ ਤਾਂ ਕਰਨਾ ਚਾਹੀਦਾ। ਹੁਣ ਤਾਂ ਤੁਹਾਡੀ ਸਰਕਾਰ ਆ ਗਈ ਪਹਿਲਾਂ ਜੀ। ਮੈਂ ਕਿਹਾ ਤੁਸੀਂ ਕਹਿੰਦੇ ਪਹਿਲਾਂ ਕੋਈ ਕੰਮ ਨਹੀਂ ਸੀ ਕਰਦੀਆਂ, ਮੈਂ ਕਿਹਾ ਹੁਣ ਤਾਂ ਤੁਹਾਡੀ ਸਰਕਾਰ ਆ ਪਿਛਲੇ 9 ਸਾਲ ਤੋਂ। ਕਿੰਨਾ, ਮੈਂ ਕਿਹਾ ਇਹ ਨਹੀਂ ਕਿ ਬਿਲਕੁਲ ਨਹੀਂ ਕਰਦੇ, ਮੈਂ ਕਿਹਾ ਵੀ ਕਿੰਨਾ ਕੁ ਕੰਮ ਕਰਦੀਆਂ ਸੀ ਤੇ ਹੁਣ ਕਿੰਨਾ ਕੰਮ ਕਰ ਰਹੀਆਂ ਨੇ ਉਹ। ਏਜੰਸੀਆਂ ਕੋਲ ਇੱਕ ਲਿਮਟਿਡ ਸੋਰਸ ਹੁੰਦੇ ਨੇ, ਤੁਹਾਡੇ ਸਾਹਮਣੇ ਹੈ। CBI ਨੂੰ ਇੱਕ ਕੇਸ ਕਰਨ ਲਈ, ED ਨੂੰ ਇੱਕ ਕੇਸ ਤਿਆਰ ਕਰਨ ਲਈ ਕਿੰਨਾ ਟਾਈਮ ਲੱਗਦਾ। ਇਹ ਸਾਰਾ ਸਿਸਟਮ ਤਾਂ ਹੈ ਨਹੀਂ ਵੀ ਜਿਵੇਂ ਲਿਖੀ ਦੇ ਕੋਰਟ 'ਚ ਕੇਸ ਕਰਤੀ। ਜਿਹੜਾ ED ਤੇ CBI ਦਾ ਕੰਮ ਹੈ ਬੜਾ ਇੱਕ ਲੰਬਾ ਪ੍ਰੋਸੀਜਰ ਹੁੰਦਾ ਹੈ, ਇਸ ਲਈ ਉਹਨਾਂ ਨੂੰ ਇਹ ਨਹੀਂ ਵੀ ਹੋ ਸਕਦਾ ਵੀ ਉਹ ਸਾਰੇ ਕੇਸ CBI ਤੇ ED ਲੱਖਾਂ ਕੇਸਾਂ ਨੂੰ ਉਹ ਡੀਲ ਕਰ ਲੂ। ਉਹ ਇੱਕ ਲਿਮਟਿਡ ਕੇਸ ਉਹਨਾਂ ਨੇ ਡੀਲ ਕਰਨੇ ਹੁੰਦੇ ਆ। ਇਸ ਲਈ ਇਸ ਗੱਲ ਨੂੰ ਪੁਲਿਸ ਦੇ ਮਹਿਕਮੇ ਦੇ ਕੰਮ ਦੇ ਨਾਲ ਇਹਨੂੰ ਨਹੀਂ ਮਨਾਇਆ ਜਾਣਾ ਚਾਹੀਦਾ। ਹਰ ਕੇਸ ਨੂੰ ED ਤੇ CBI ਸਾਰੇ ਕੇਸਾਂ ਨੂੰ ਨਹੀਂ ਡੀਲ ਕਰ ਸਕਦੀ। ਮੈਂ ਤੁਹਾਡੀ ਗੱਲ ਮੰਨ ਗਿਆ ਕਿ ਹਰ ਡਿਪਾਰਟਮੈਂਟ ਦੀਆਂ ਮੇਰੀ ਆਵਾਜ਼ ਨਹੀਂ ਜਾ ਰਹੀ ਚੰਨੀ ਸਾਹਿਬ ਕੋਲ। ਮੈਂ ਤੁਹਾਡੀ ਗੱਲ ਮੰਨ ਗਿਆ। ਤੁਸੀਂ ਕਹਿ ਰਹੇ ਹੋ ਕਿ ਹਰ ਡਿਪਾਰਟਮੈਂਟ ਦੀ ਇੱਕ ਲਿਮਿਟੇਸ਼ਨ ਹੈ, ਉਸ ਲਿਮਿਟ ਤੋਂ ਬਾਹਰ ਨਹੀਂ ਜਾ ਸਕਦੇ। ਠੀਕ ਹੈ, ਦਾਇਰੇ ਉਹਨਾਂ ਦੇ। ਪੁਲਿਸ ਦਾ ਆਪਣਾ ਕੰਮ ਹੈ, ਪੈਰਾਮਿਲਟਰੀ ਫੋਰਸਿਸ ਦਾ ਆਪਣਾ ਕੰਮ ਹੈ, ED ਦਾ ਆਪਣਾ ਕੰਮ ਹੈ, CBI ਦਾ ਆਪਣਾ ਕੰਮ ਹੈ, ਕਾਨੂੰਨ ਦਾ ਆਪਣਾ ਕੰਮ ਹੈ। ਤੁਸੀਂ ਇਹ ਮੈਨੂੰ ਦੱਸੋ, ਜਿਹੜੀ ਮੈਂ ਗਿਣਤੀ ਗਿਣਾਈ ਹੈ ਤੁਹਾਡੇ ਤੋਂ, ਇਹਨਾਂ ਦੇ ਵਿੱਚੋਂ ਕਿਹੜੀ ਬਾਡੀਜ਼ ਜਿਹੜੀਆਂ ਨੇ ਉਹ ਦਿੱਲੀ ਸਰਕਾਰ ਦੇ ਅਧੀਨ ਆਉਂਦੀਆਂ ਨੇ? ਉਹ ਤਾਂ ਅਟੋਨਮਸ ਬਾਡੀਜ਼ ਨੇ।
ਤੇ ਜ਼ਾਹਿਰ ਤੌਰ ਤੇ PM ਸਾਹਿਬ ਕੋਈ ਵੀ ਆਦੇਸ਼ ਦੇਣਗੇ, ਕੋਈ ਫਾਈਨ ਐਂਡ ਫੇਅਰ ਕੋਈ ਜਾਂਚ ਦੀ ਗੱਲ ਕਰਨਗੇ, ਤੇ ਉਹ ਕਿਉਂ ਨਹੀਂ ਕਰਨਗੇ? ਵੀ ਬਾਵਜੂਦ ਇਸ ਸਭ ਦੇ ਜਦੋਂ ਸਾਡੇ ਕੋਲ ਐਡਾ ਤੰਤਰ ਮੰਤਰ ਹੈਗਾ, ਤੁਸੀਂ ਕਹਿੰਦੇ ਪਹਿਲਾਂ ਕਿੰਨਾ ਕੁ ਕੰਮ ਕਰਦੇ ਸੀ, ਹੁਣ ਤਾਂ ਮੈਨੂੰ ਲੱਗਦਾ ਕਿ ਕਿੰਨਾ ਹੀ ਕੰਮ ਕਰਦੇ ਹੋਣੇ, ਫਿਰ ਆਹ ਚੀਜ਼ਾਂ ਦੇ ਉੱਤੇ ਪੈਸੇ ਖਰਚਣ ਦੀ, ਇਹਨਾਂ ਦੇ ਉੱਤੇ ਚਰਚਾ ਕਰਨ ਦੀ, ਇਹਨਾਂ ਨੂੰ ਲਿਆਉਣ ਦੀ ਜ਼ਰੂਰਤ ਕਿਉਂ ਹੈ? ਮੈਨੂੰ ਕਲੀਅਰ ਕਰਿਓ ਕਿਹਨੂੰ ਲਿਆਉਣ ਦੀ ਜ਼ਰੂਰਤ ਕਿਉਂ ਜੀ? ਬਿੱਲ ਦੀ ਗੱਲ ਕਰ ਰਹੇ ਹੋ ਤੁਸੀਂ, ਕਿਹੜੀ ਗੱਲ ਕਰ ਰਹੇ ਹੋ ਜੀ? ਵੀ ਜਿਹੜੀਆਂ ਅਸੀਂ ਨਵੀਆਂ ਚੀਜ਼ਾਂ ਜਿਹੜੀਆਂ ਅਸੀਂ ਨਵੀਆਂ ਚੀਜ਼ਾਂ ਇੰਟਰੋਡਿਊਸ ਕਰ ਰਹੇ ਹਾਂ ਆਏ ਦਿਨ, ਮੈਂ ਉਸ ਦੀ ਸਾਰੀ ਚੀਜ਼ਾਂ ਦੀ ਗੱਲ ਕਰ ਰਿਹਾ, ਪਰ ਮੇਨ ਮੈਂ ਇਹਨੂੰ ਸੋਰਸ ਇਹਨੂੰ ਬਿੱਲ ਦੀ ਗੱਲ ਕਰ ਰਿਹਾ। ਦੇਖੋ ਬਿੱਲ ਦੀ ਮੈਂ ਤੁਹਾਨੂੰ ਪਹਿਲਾਂ ਵੀ ਕਲੀਅਰ ਕਰ ਚੁੱਕਿਆ। ਬਿੱਲ ਜੋ ਪਹਿਲੀ ਗੱਲ ਤਾਂ ਸੈਂਟਰ ਕੋਲ ਰਾਈਟ ਹੈ, ਉਹ ਤੇ ਕੋਈ ਕਿੰਤੂ ਪਰੰਤੂ ਨਹੀਂ ਹੋਊਗਾ। ਦੇਖੋ ਪਹਿਲਾਂ ਇਹ ਹੁਣੇ ਥੋੜੀ ਦੇਰ ਪਹਿਲਾਂ ਸ਼ੁਰੂਆਤ ਚ ਅਹਿਬਾਬ ਗਰੇਵਾਲ ਸਾਹਿਬ ਨੇ ਕਿਹਾ ਜੀ ਇਹ BR ਆਪਾਂ ਹੁਣ ਇਹ ਤੇ ਸਮਝ ਆਇਆ ਨਹੀਂ ਕਰਦੇ, ਹੁਣ ਆਪਾਂ ਇਹ ਤੇ ਆਪਾਂ ਇਹ ਤੇ ਸਮਝ ਆਇਆ ਨਹੀਂ ਕਰਦੇ। ਤੁਹਾਡਾ ਜਵਾਬ ਆ ਗਿਆ ਕਿ ਮੈਨੂੰ ਲੱਗਦਾ ਕਿ ਕਾਫੀ ਹੈ ਕਿ ਤੁਸੀਂ ਕਹਿੰਦਾ ਵੀ ਸੈਂਟਰ ਕੋਲੇ ਰਾਈਟ ਹੈ, ਅਧਿਕਾਰ ਹੈ, ਸੈਂਟਰ ਕੋਲੇ ਠੀਕ ਹੈ ਬਿੱਲ ਲਿਆਉਣ ਦੇ, ਪਾਸ ਕਰਨ ਦੇ ਅਧਿਕਾਰ ਹੈ, ਤੇ ਫਿਰ ਸਾਡੀ ਚਰਚਾ ਕਰਨੀ, ਲੋਕਾਂ ਦਾ ਵਿਰੋਧ ਕਰਨਾ, ਉਹ ਤਾਂ ਫਿਰ ਕੋਈ ਮਾਇਨੇ ਹੀ ਨਹੀਂ ਰੱਖਦਾ। ਫਿਰ ਤਾਂ ਮੈਨੂੰ ਲੱਗਦਾ ਚਰਚਾ ਹੀ ਖਤਮ ਹੈ। ਕਿਉਂ ਜੀ ਗਰੇਵਾਲ ਸਾਹਿਬ? ਜੇ ਤੁਸੀਂ ਚਰਚਾ ਦੀ ਗੱਲ ਨਹੀਂ ਗਰੇਵਾਲ ਸਾਹਿਬ ਦੱਸੋ ਜੀ, ਇਸ ਗੱਲ ਦੀ ਹੈ ਜਦੋਂ ਵਿਰੋਧ ਦੇ ਕੋਈ ਮਾਇਨੇ ਹੀ ਨਹੀਂ, ਜਦੋਂ ਓਪੋਜੀਸ਼ਨ ਨੂੰ ਕੰਸੀਡਰ ਹੀ ਨਹੀਂ ਕੀਤਾ ਜਾਂਦਾ, ਕਿਸੇ ਪ੍ਰੋਟੈਸਟ ਨੂੰ ਕੰਸੀਡਰ ਨਹੀਂ ਕੀਤਾ ਜਾਂਦਾ, ਜਿੱਥੇ ਕੋਈ ਇਕੁਐਲਿਟੀ ਦੀ ਗੱਲ ਨਹੀਂ, ਫਿਰ ਤਾਂ ਮੈਨੂੰ ਲੱਗਦਾ ਬੇਮਾਇਨੇ ਚਰਚਾ। ਕੱਲ ਨੂੰ ਨਵਜੋਤ ਸਿੰਘ ਢਾਲੀਵਾਲ ਤੇ ਬੋਲਣ ਤੇ ਪਾਬੰਦੀ ਲਾ ਦਿੱਤੀ ਜਾਊਗੀ, ਇਹ ਗੱਲ ਕਹਿ ਦਿੱਤੀ ਜਾਊਗੀ ਸੈਂਟਰ ਕੋਲੇ ਰਾਈਟ ਹੈ। ਗੱਲ ਤਾਂ ਇਹ ਹੈ ਪਲੀਜ਼ ਮੈਨੂੰ ਕੀ ਸਾਡਾ ਸੰਵਿਧਾਨ ਇਹ ਗੱਲ ਕਹਿੰਦਾ ਕਿ ਕੋਈ ਵੀ ਕੇਂਦਰ ਸਰਕਾਰ ਹੋਵੇ ਉਹਦੇ ਕੋਲ ਹਰ ਚੀਜ਼ ਦਾ ਅਧਿਕਾਰ ਹੈ? ਇਹ ਕਹਿੰਦਾ ਇਹ ਗੱਲ? ਬਿਲਕੁਲ ਮੈਂ ਇਹ ਗੱਲ ਨਹੀਂ ਕਹੀ, ਇਹ ਗੱਲ ਕਹੀ ਹੈ ਵੀ ਇੱਕ ਮਿੰਟ ਚੰਨੀ ਸਾਹਿਬ ਤੁਸੀਂ ਜੋ ਕਹਿਣਾ ਕਹਿ ਲਿਓ। ਚਲੋ ਕਰ ਲਓ, ਚਲੋ ਤੁਸੀਂ ਕਰ ਲਓ। ਇਹ ਹੈ ਵੀ ਦਿੱਲੀ ਜਿਹੜੀ ਹੈ ਉਹ ਨਾ ਤਾਂ ਪੂਰਾ ਪ੍ਰਦੇਸ਼ ਹੈ, ਨਾ ਪੂਰੀ ਤਰ੍ਹਾਂ ਸੈਂਟਰ ਯੂਨੀਅਨ ਟੈਰੀਟਰੀ ਹੈ। ਉਹ ਦਿੱਲੀ ਜਿਹੜੀ ਹੈ ਹਿੰਦੁਸਤਾਨ ਦੀ ਰਾਜਧਾਨੀ ਹੈ। ਉਹ ਜਦੋਂ ਤੋਂ ਬਣੀ ਹੈ, ਪਹਿਲਾਂ ਅੰਬੇਦਕਰ ਸਾਹਿਬ ਨੇ ਇਹ ਗੱਲ ਕਹੀ ਕਿ ਜਿਹੜਾ ਦਿੱਲੀ ਦਾ ਉੱਥੇ ਕੋਈ ਪੂਰਾ ਸਟੇਟ ਨਹੀਂ ਬਣ ਸਕਦੀ, ਨਹੀਂ ਬਣਾਈ। ਫਿਰ ਲਾਲ ਬਹਾਦਰ ਸ਼ਾਸਤਰੀ ਜੀ ਨੇ ਕਿਹਾ ਕਿ ਇਹ ਤੇ ਜਿਹੜਾ ਸੈਂਟਰ ਦਾ ਅਧਿਕਾਰ ਰਹਿਣਾ ਚਾਹੀਦਾ ਹੈ। ਉਸ ਤੋਂ ਬਾਅਦ PV ਨਰਸਿਮਹਾ ਰਾਓ ਨੇ ਕਿਹਾ ਕਿ ਉਹ ਸਾਰੇ ਗਲਤ ਸੀਗੇ। ਜੇ ਅੱਜ ਦਿੱਲੀ ਦੇ ਕਾਨੂੰਨ ਬਣਾਉਣ ਦੀ ਸੁਪਰੀਮ ਕੋਰਟ ਵੀ ਕਹਿ ਰਹੀ ਹੈ ਕਿ ਦਿੱਲੀ ਤੇ ਜਿਹੜਾ ਕਾਨੂੰਨ ਬਣਾਉਣ ਦਾ ਅਧਿਕਾਰ ਕੇਂਦਰ ਕੋਲ ਹੈ, ਤਾਂ ਇਹ ਕੀ ਗਲਤ ਹੈ? ਜੇ ਆਪਣਾ ਜਿਹੜਾ ਸਹੀ ਰਾਈਟ ਹੈ ਉਹਨੂੰ ਯੂਜ਼ ਕਰਨਾ ਉਹ ਗਲਤ ਹੈ। ਜਿੱਥੇ ਗਲਤ ਹੈ ਉਹਦੇ ਲਈ ਚਰਚਾ ਕਰ ਰਹੇ ਹਾਂ। ਇਹ ਕਹਿ ਰਹੇ ਨੇ ਕਿ ਗੈਰ ਸੰਵਿਧਾਨਕ ਹੈ, ਅਸੀਂ ਸਾਬਤ ਕਰ ਰਹੇ ਹਾਂ ਵੀ ਇਹ ਸੰਵਿਧਾਨਕ ਹੈ। ਠੀਕ, ਚਰਚਾ ਇਸ ਗੱਲ ਦੀ ਚਲੋ ਗਰੇਵਾਲ ਸਾਹਿਬ ਦਾ ਜਵਾਬ ਲੈ ਲੈਂਦੇ ਆ। ਗਰੇਵਾਲ ਸਾਹਿਬ ਦਾ ਹਾਂਜੀ ਜੀ ਦੇਖੋ ਕਰਨਾ ਦੇ ਹੋ ਗਿਆ। ਹੁਣ ਮੈਂ ਥੋੜੀ ਜਿਹੀ ਜਾਣਕਾਰੀਆਂ ਦਾ ਵਾਅਦਾ ਕਰਦਾ ਕਿ ਨਾ ਡਾਕਟਰ ਅੰਬੇਦਕਰ ਨੇ, ਨਾ ਪੰਡਿਤ ਨਹਿਰੂ ਨੇ, ਨਾ ਲਾਲ ਬਹਾਦਰ ਸ਼ਾਸਤਰੀ ਨੇ ਦਿੱਲੀ ਦੀ ਸੈਪਰੇਸ਼ਨ ਮਿਸਿਸ ਗਾਂਧੀ ਨੇ ਕੀਤੀ ਸੀ। ਚਲੋ ਪਹਿਲੀ ਗੱਲ। ਦੂਜੀ ਗੱਲ, ਕੇਜਰੀਵਾਲ ਸਾਹਿਬ ਨੇ ਕਹਿੰਦੇ ਜੀ 45 ਕਰੋੜ ਰੁਪਏ ਘਰ ਤੇ ਲਾਇਆ, ਜੇ ਗਲਤ ਲਾਇਆ ਫਾਲੋ ਨਹੀਂ ਕੀਤਾ, ਤੁਸੀਂ ਬਾਕੀਆਂ ਨੂੰ ਅੰਦਰ ਕੀਤਾ, ਤੁਸੀਂ ਕੇਜਰੀਵਾਲ ਸਾਹਿਬ ਨੂੰ ਅੰਦਰ ਕਰ ਲਓ, ਕੋਈ ਪ੍ਰੋਬਲਮ ਨਹੀਂ। ਤੁਹਾਡੇ ਕੋਲ ਏਜੰਸੀਆਂ ਨੇ ਕੇਸ ਦੁਪਹਿਰੇ ਸੁਪਰੀਮ ਕੋਰਟ ਨੇ ਕਿਹਾ ਸੀ, ਮੈਂ ਨਹੀਂ ਕਿਹਾ ਸੀਗਾ। ਨਾ ਤਾਂ ਅਸੀਂ ਗਾਂਧੀਆਂ ਵਾਂਗੂ ਕੋਈ ਘਰ ਬਣਾ ਕੇ ਜਿਹੜੇ ਹਰ ਘਰ ਜਿੱਥੇ ਰਹਿ ਲਏ ਉਸ ਤੋਂ ਬਾਅਦ ਆਸ਼ਰਮ ਭਵਨ ਬਣ ਕੇ ਟਰਸਟ ਬਣਾ ਕੇ ਸਾਰੀ ਉਮਰ ਕੁੰਡਲੀ ਮਾਰ ਕੇ ਬੈਠਦੇ ਆ, ਜਿਵੇਂ ਸਭ ਦੇ ਪੰਡਿਤ ਨਹਿਰੂ ਦੇ, ਇੰਦਰਾ ਗਾਂਧੀ ਦੇ, ਇਲਾਹਾਬਾਦ ਵਾਲੇ, ਦਿੱਲੀ ਵਾਲੇ ਸਾਰੇ ਆਸ਼ਰਮ ਬਣੇ ਬੜੇ ਵਧੀਆ। ਅਸੀਂ ਇਹ ਜਿਹਾ ਕੁਛ ਨਹੀਂ ਕਰਦੇ। ਜੇ ਦਿੱਲੀ ਦੇ ਲੋਕਾਂ ਦੀ ਸੇਵਾ ਕਰਾਂਗੇ ਤਾਂ ਉਸ ਘਰ 'ਚ ਰਵਾਂਗੇ, ਨਹੀਂ ਤਾਂ ਬਾਹਰ ਹੋ ਜਾਗੇ ਜੀ, ਸਿੱਧੀ ਜੀ ਗੱਲ। ਹੁਣ ਮੈਂ ਗੱਲ ਕਰਦਾ ਤੁਹਾਡੀ ਆਈਡੀਅਲ ਸਰਕਮਸਟੈਂਸਿਸ ਤੁਹਾਡੇ ਵਾਸਤੇ ਹੈ ਕਿ ਕੋਈ ਪੂਰਾ ਪੁਸਕੇ ਨਾ, ਕੋਈ ਬੋਲ ਨਾ ਪਾਵੇ, ਜਿਹੜਾ ਬੋਲੇ ਉੱਤੇ ਪਰਚਾ ਦੇ ਦਿਓ। ਏਜੰਸੀਆਂ ਨੂੰ ਵਰਤ ਕੇ ਇੱਕ ਕਿਤਾਬ ਪਿੱਛੇ, ਇੱਕ ਲੀਓ ਟੋਲਸਟੋਏ ਦੀ ਵਾਰ ਐਂਡ ਪੀਸ ਕਿਤਾਬ ਪਿੱਛੇ ਇੱਕ ਬੰਦੇ ਨੂੰ 5 ਸਾਲ ਜੇਲ੍ਹ 'ਚ ਰੱਖ ਲਿਆ ਸਰ ਇਹਨਾਂ ਨੇ, 5 ਸਾਲ ਜੇਲ੍ਹ 'ਚ ਰੱਖ ਲਿਆ। ਹੋਰ ਕੋਈ ਉਹਦੇ ਖਿਲਾਫ ਕਾਗਜ਼ ਨਹੀਂ ਲੱਭਿਆ। ਜਿਸ ਤਰੀਕੇ ਨਾਲ ਸੰਵਿਧਾਨ ਦੀ ਤੁਸੀਂ ਪ੍ਰਵਾਹ ਕਰ ਰਹੇ ਹੋ, ਜਿਸ ਤਰੀਕੇ ਨਾਲ ਚੁਣੀਆਂ ਹੋਈਆਂ ਸਰਕਾਰਾਂ ਨੂੰ ਤੁਸੀਂ ਲਾ ਰਹੇ ਹੋ, ਜਿਸ ਤਰੀਕੇ ਨਾਲ ਖਰੀਦੋ ਫਰੋਖਤ ਤੁਸੀਂ ਕਰ ਰਹੇ ਹੋ, ਤੇ ਕਨਸਟੀਟਿਊਸ਼ਨਲ ਬਾਡੀਜ਼ ਦੀ ਤੁਸੀਂ ਇੱਜ਼ਤ ਨਹੀਂ ਕਰ ਰਹੇ। ਬਾਰ-ਬਾਰ ਸੁਪਰੀਮ ਕੋਰਟ ਨੇ ਕਿਹਾ ਚੀਫ ਇਨਫੋਰਮੇਸ਼ਨ ਕਮਿਸ਼ਨਰ, ED, CBI ਦੇ ਹੈਡ ਜਿਹੜੇ ਆ ਉਹ ਨਿਊਟਰਲ ਹੀ ਲੱਗਣਗੇ। ਨਹੀਂ ਜੀ, ਅਸੀਂ ਤਾਂ ਬਾਈਪਾਸ ਕਰਕੇ ਕਾਨੂੰਨ ਲਿਆਵਾਂਗੇ। ਕੋਈ ਗੱਲ ਨਹੀਂ, ਲਿਆਓ। ਲੋਕਾਂ ਨੇ ਕਿਹਾ ਜੀ ਅਸੀਂ ਆਮ ਆਦਮੀ ਪਾਰਟੀ ਚੁਣਾਂਗੇ, ਨਹੀਂ ਜੀ ਅਸੀਂ ਇਹਨਾਂ ਦੇ ਰੂਲਸ ਖੋਵਾਂਗੇ। ਕੋਈ ਗੱਲ ਨਹੀਂ, ਉਹ ਵੀ ਕਰ ਲਓ। ਲੋਕਾਂ ਨੇ ਕਿਹਾ ਅਸੀਂ ਅਮਨ ਸ਼ਾਂਤੀ 'ਚ ਰਹਿਣਾ, ਨਹੀਂ ਅਸੀਂ ਤੁਹਾਡੀ ਲੜਾਈ ਕਰਾਵਾਂਗੇ, ਅਸੀਂ ਇਹੋ ਜਿਹੇ ਲੋਕਾਂ ਨੂੰ ਮੂਹਰੇ ਕਰਾਂਗੇ ਜਿਹੜੇ ਤੁਹਾਡੀ ਅਮਨ ਸ਼ਾਂਤੀ ਭੰਗ ਕਰਨਗੇ। ਕੋਈ ਗੱਲ ਨਹੀਂ, ਉਹ ਵੀ ਕਰ ਲਓ। ਮੈਂ ਤਾਂ ਬਾਰ-ਬਾਰ ਇੱਕ ਗੱਲ ਕਹਿ ਰਿਹਾ ਧਾਲੀਵਾਲ ਸਾਹਿਬ, ਅੱਤ ਤੇ ਖੁਦਾ ਦਾ ਬੈਰ ਹੁੰਦਾ। WhatsApp ਯੂਨੀਵਰਸਿਟੀ ਤੋਂ ਉਹਨਾਂ ਦੇ ਬੰਦੇ ਗਿਆਨ ਪੇਲਦੇ ਆ,
2024 ਲਈ ਲਾਮਬੰਦੀ ਹੋਗੀ ਤੇ ਦੇਸ਼ ਇਹਨਾਂ ਨੂੰ ਦਿਖਾਊਗਾ ਕਿ ਧੱਕਾ ਇੰਨਾ ਚਿਰ ਨਹੀਂ ਚੱਲ ਸਕਦਾ ਤੇ ਭਾਰਤ ਦਾ ਸੰਵਿਧਾਨ ਕਿੰਨੀ ਤਾਕਤ ਰੱਖਦਾ, ਇਹਨਾਂ ਨੂੰ 2024 ਚ ਨਜ਼ਰ ਆ ਜਾਊਗਾ ਤੇ ਉਦੋਂ ਹਿਸਾਬ ਲਿਆ ਜਾਊਗਾ ਇਹਨਾਂ ਦੀ ਤਾਨਾਸ਼ਾਹੀਆਂ ਦਾ ਤੇ ਦੇਸ਼ ਨੂੰ ਵੰਡਣ ਲਈ ਇਹਨਾਂ ਨੇ ਜੋ ਕਦਮ ਚੁੱਕੇ ਆ ਉਹਦਾ ਵੀ ਹਿਸਾਬ ਲਵਾਂਗੇ। ਠੀਕ ਹੈ। ਬਾਕੀ ਸੁਖਦੇਵ ਜੀ, ਜਿਹੜਾ ਤੁਸੀਂ ਇੱਥੇ ਆਪਣਾ ਸਵਾਲ ਜਿਹੜਾ ਤੁਸੀਂ ਰੇਜ਼ ਕੀਤਾ ਸੀਗਾ, ਜਿਹੜਾ ਤੁਸੀਂ ਪੁਰਾਣੇ ਜਿਹੜੇ ਪ੍ਰਧਾਨ ਮੰਤਰੀ ਸੀ ਉਹਨਾਂ ਨਾਲ ਕੰਪੇਅਰ ਕੀਤਾ ਸੀ, ਉਹਦੇ ਉੱਤੇ ਚੰਨੀ ਸਾਹਿਬ ਨੂੰ ਇਤਰਾਜ਼ ਹੈ ਕਿ ਤੁਸੀਂ ਬਿਲਕੁਲ ਗਲਤ ਦੱਸਿਆ। ਨਹੀਂ, ਮੈਂ ਕੋਈ ਬਿਲਕੁਲ ਗਲਤ ਨਹੀਂ, ਰਿਕਾਰਡ ਦੀ ਗੱਲ ਹੈ। ਜੇ ਨਹੀਂ ਕੋਠੀਆਂ ਢਾਹ ਕੇ ਇੱਕ ਬਣਾਈ ਤਾਂ ਕਹੋ ਉਹ 'ਚ ਥੀਏਟਰ ਬਣਾਇਆ ਗਿਆ, ਉਹਦੇ ਵਿੱਚ ਹੋਰ ਸੁੱਖ ਸਹੂਲਤਾਂ ਬਣਾਈਆਂ ਗਈਆਂ, ਜੇ ਨਹੀਂ ਬਣਾਈਆਂ ਤਾਂ ਕਹਿ ਦੋ। ਮੈਂ ਜੇ ਇਹ ਪ੍ਰੂਵ ਕਰ ਦੇਣ ਚੰਨੀ ਸਾਹਿਬ, ਮੈਂ ਕੋਰਟ 'ਚ ਕਹਿਣ ਕੋਰਟ 'ਚ ਭੁਗਤ ਲੂੰਗਾ, ਇੱਥੇ ਕਹੋਗੇ ਮਾਫੀ ਮੰਗ ਲੂੰਗਾ, ਇਹ ਤੋਂ ਵੱਡੀ ਗੱਲ ਕੀ ਹੈ। ਦੂਜੀ ਗੱਲ ਮੈਂ ਕਿ ਗਰੇਵਾਲ ਸਾਹਿਬ ਨੂੰ ਜਵਾਬ ਦੇ ਦਿਆਂ। ਗਰੇਵਾਲ ਸਾਹਿਬ ਬੈਠ ਕੇ ਨਾ ਬੜੀਆਂ ਗੱਲਾਂ ਘੁਮਾ ਕੇ ਕਰਦੇ ਆ। ਗਰੇਵਾਲ ਸਾਹਿਬ, ਜੇ ਇਲਾਹਾਬਾਦ ਦੀ ਪ੍ਰਾਪਰਟੀ ਸੀ ਉਹ ਜਵਾਹਰ ਲਾਲ ਨਹਿਰੂ ਦੀ ਆਪਣੀ ਸੀ, ਉਹ ਛੱਡ ਕੇ ਉਹਦੇ ਵਿੱਚੋਂ ਮਿਊਜ਼ੀਅਮ ਬਣਾਇਆ। ਜੇ ਇੰਦਰਾ ਗਾਂਧੀ ਨੇ ਦੇਸ਼ ਵਿੱਚ ਕੁਰਬਾਨੀ ਦਿੱਤੀ ਹੈ, ਜੇ ਉਸ ਕੋਠੀ ਦੇ ਵਿੱਚ ਉਹਦਾ ਕੋਈ ਪਰਿਵਾਰ ਦਾ ਮੈਂਬਰ ਨਹੀਂ ਰਹਿੰਦਾ, ਉਹਦੇ ਪਰਿਵਾਰ ਨੂੰ ਜੇ ਉੱਥੇ ਕੋਈ ਮਿਊਜ਼ੀਅਮ ਬਣਾਇਆ ਤਾਂ ਉਹ ਇਸ ਕਰਕੇ ਨਹੀਂ ਬਣਾਇਆ ਗਿਆ ਵੀ ਉਹ ਉੱਥੇ ਰਹਿਣਗੇ। ਰਾਹੁਲ ਗਾਂਧੀ ਨੂੰ ਕੋਠੀ ਮਿਲੀ ਸੀ ਐਜ MP, ਖਾਰਜ ਹੋ ਗਈ ਤਾਂ ਉਹਨੇ ਛੱਡਤੀ, ਉਹਦੀ ਮੈਂਬਰਸ਼ਿਪ ਅੱਜ ਬਹਾਲ ਹੋ ਗਈ ਤਾਂ ਫੇਰ ਮਿਲ ਜੂਗੀ। ਸੋਨੀਆ ਗਾਂਧੀ ਐਜ ਮੈਂਬਰ ਪਾਰਲੀਮੈਂਟ ਉਹਨੂੰ ਕੋਠੀ ਮਿਲੀ ਵੀ ਹੈ ਔਰ ਉਸ ਦੇ ਵਿੱਚ ਰਹਿੰਦੀ ਹੈ। ਇਸ ਕਰਕੇ ਇਹਨਾਂ ਗੱਲਾਂ ਦੇ ਵਿੱਚ ਜਿਹੜੀਆਂ ਆਪਾਂ ਘੁਮਾ ਕੇ ਗੱਲਾਂ ਕਰਦੇ ਆ ਨਾ, ਇਹਨਾਂ ਦੇ ਵਿੱਚੋਂ ਕੁਝ ਨਹੀਂ ਲੱਭਣਾ। ਐਵੇਂ ਹਾਂ, ਆਪਾਂ ਨੂੰ ਇੱਕ ਆਦਤ ਪੈ ਗਈ ਝੂਠੇ ਤੋਹਮਤਬਾਜ਼ੀ ਕਰਦੀ, ਉਹ ਗੱਲ ਵੱਖਰੀ ਹੈ। ਜਿਸ ਬੰਦੇ ਨੇ ਪ੍ਰਾਪਰਟੀ ਛੱਡੀ ਉਹਨੂੰ ਵੀ ਤੁਸੀਂ ਸਰਕਾਰੀ ਪ੍ਰਾਪਰਟੀ ਬਣਾ ਕੇ ਬੈਠ ਗਏ। ਅਗਲੀ ਗੱਲ ਜਿਹੜੀ ਮੈਂ ਇਸ ਨੂੰ ਡਿਬੇਟ ਨੂੰ ਡਿਰੇਲ ਨਹੀਂ ਕਰਨਾ ਚਾਹੁੰਦਾ, ਅਸਲੀ ਗੱਲ ਇਹ ਹੈ ਵੀ ਅੱਜ ਜੋ ਹੋ ਰਿਹਾ ਹੈ, ਜਿਵੇਂ ਚੰਨੀ ਸਾਹਿਬ ਨੇ ਕਿਹਾ ਵੀ ਈਡੀ ਸਾਰੇ ਕੰਮ ਨਹੀਂ ਕਰ ਸਕਦੀ, ਕਿਉਂ ਨਹੀਂ ਕਰ ਸਕਦੀ ਜੀ? ਇਹ ਪਾਰਲੀਮੈਂਟ ਦੇ, ਮੈਂ ਇਸੇ ਸੈਸ਼ਨ ਦੀ ਗੱਲ ਦੱਸਦਾ, ਇਹਨਾਂ ਦੀ ਮੈਂਬਰ ਪਾਰਲੀਮੈਂਟ ਮੀਨਾਕਸ਼ੀ ਲੇਖੀ ਜਿਹੜੀ ਕਿ ਬਹੁਤ ਵੱਡੀ ਵਕੀਲ ਵੀ ਹੈ, ਉਹਨੇ ਇਨ ਦੀ ਫਲੋਰ ਆਫ ਦੀ ਹਾਊਸ ਇਹ ਗੱਲ ਕਹੀ ਹੈ ਵੀ ਈਡੀ ਸਾਡੇ ਕੋਲ ਹੈ। ਵਿਰੋਧੀਆਂ ਨੂੰ ਉਹਨੇ ਉਂਗਲ ਕਰਕੇ ਕਹੀ ਹੈ ਈਡੀ ਸਾਡੇ ਕੋਲ ਹੈ ਔਰ ਉਹਦਾ ਅਸੀਂ ਸਾਨੂੰ ਪਤਾ ਸੀ ਕਿਵੇਂ ਤੁਹਾਡੇ ਤੇ ਲਾਉਣਾ ਹੈ। ਇਸ ਕਰਕੇ ਇਹ ਜਿਹੜੀ ਗੱਲ ਕਹਿੰਦੇ ਨਾ ਵੀ ਈਡੀ ਵਰਤਦੇ ਨਹੀਂ, ਇਹ ਔਨ ਦੀ ਫਲੋਰ ਆਫ ਦੀ ਹਾਊਸ ਹੈ। ਹੁਣ ਠੀਕ ਹੈ, ਰਿਕਾਰਡ ਚੋਂ ਐਕਸਪੰਜ ਕਰਾ ਲਿਆ ਹੋਵੇ ਇਹਨਾਂ ਨੇ, ਗੱਲ ਵੱਖਰੀ ਹੈ। ਔਨ ਦੀ ਫਲੋਰ ਆਫ ਦੀ ਹਾਊਸ ਮੀਨਾਕਸ਼ੀ ਲੇਖੀ ਨੇ ਕਿਹਾ, ਇਹਨਾਂ ਦੀ ਦਿੱਲੀ ਤੋਂ ਮੈਂਬਰ ਪਾਰਲੀਮੈਂਟ ਆ, ਮੇਰੇ ਖਿਆਲ ਚ ਕੋਈ ਮੰਤਰੀ ਵੀ ਹੈਗੀ ਉਹ ਕਿਸੇ ਮਹਿਕਮੇ ਦੀ। ਇਸ ਕਰਕੇ ਅੱਜ ਜੋ ਹੋ ਰਿਹਾ ਹੈ ਦੇਸ਼ ਦੇ ਵਿੱਚ, ਮੈਂ ਤੁਹਾਨੂੰ ਪਹਿਲਾਂ ਕਿਹਾ ਸੰਵਿਧਾਨਕ ਜਿਹੜੀਆਂ ਸਾਡੀਆਂ ਰਵਾਇਤਾਂ ਨੇ, ਸੰਵਿਧਾਨਕ ਸਾਡੇ ਹੱਕ ਨੇ ਜਾਂ ਸੰਵਿਧਾਨ ਦੇ ਵਿੱਚ ਜੋ ਦਰਜ ਹੈ, ਕਿਉਂਕਿ ਰਵਾਇਤਾਂ ਵੀ ਇੱਕ ਸੰਵਿਧਾਨ ਦੀਆਂ ਬਹੁਤ ਵੱਡੀ ਗੱਲ ਹੈ ਔਰ ਉਹਨਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ। ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਰਤੀ ਵੀ ਤੁਸੀਂ ਆਪਣੀ ਜਿਹੜੀ ਹੈਗੀ ਨੋ ਕਨਫੀਡੈਂਸ, ਜੇ ਤੁਹਾਡਾ, ਮੈਂ ਕਹਿੰਦਾ ਤੁਹਾਡੇ ਕੋਲ ਮੈਜੋਰਟੀ ਹੈ, ਰੱਬ ਨਾ ਕਰੇ ਤੁਹਾਡੀ ਸਰਕਾਰ ਡਿੱਗ ਜੇ, ਤੁਹਾਡੇ ਬਿੱਲ ਕਿੱਥੇ ਸਟੈਂਡ ਕਰਦੇ ਆ ਜੀ? ਇਸ ਕਰਕੇ ਇਹਨਾਂ ਨੂੰ ਪਹਿਲਾਂ ਫਲੋਰ ਆਫ ਦੀ ਹਾਊਸ ਆਪਣੀ ਮੈਜੋਰਟੀ ਦਿਖਾਉਣੀ ਚਾਹੀਦੀ ਸੀ, ਫਿਰ ਇਹ ਬਿੱਲਾਂ ਦੇ ਉੱਤੇ ਗੱਲ ਕਰਦੇ, ਬਿੱਲਾਂ ਦੇ ਉੱਤੇ ਚਰਚਾ ਕਰਦੇ। ਸੋ ਅੱਜ ਜੋ ਚੱਲ ਰਹੀ ਹੈ, ਜੋ ਦੇਸ਼ ਦੇ ਵਿੱਚ ਚੱਲ ਰਿਹਾ ਹੈ, ਸਾਰੇ ਬੀਜੇਪੀ ਦੇ MP ਮੰਤਰੀ ਸਾਰੇ ਇੱਕ ਮਤ ਨਹੀਂ ਹਨ। ਦੇਖੋ, ਕਿਸੇ ਵੀ ਆਪਣਾ ਕੀ ਕਹਿੰਦੇ ਹੁੰਦੇ ਡੈਮੋਕ੍ਰੇਸੀ ਦੇ ਵਿੱਚ, ਮੈਂ ਕਹਿੰਦਾ ਜ਼ਰੂਰੀ ਨਹੀਂ ਜੇ ਅੱਜ ਇਹਨਾਂ ਦੇ ਚ ਡਿਵੀਜ਼ਨ ਆ ਜਾਵੇ, ਕੌਣ ਕਿਦੋਂ ਪਤਾ ਕਿਹਦੇ ਚ ਡਿਵੀਜ਼ਨ ਆ ਜਾਵੇ। ਦੇਖੋ ਵੱਡੀਆਂ ਪਾਰਟੀਆਂ ਟੁੱਟਦੀਆਂ, ਸਾਡੀ ਪਾਰਟੀ 'ਚ ਵੀ ਡਿਵੀਜ਼ਨ ਆਉਂਦੀ ਰਹੀ ਹੈ। ਹੁਣ ਆਪਣੀ ਕੀ ਕਹਿੰਦੇ ਹੁੰਦੇ ਨੇ ਸ਼ਿਵ ਸੈਨਾ 'ਚ ਵੀ ਆਈ ਹੈ ਔਰ ਇਹਨਾਂ ਦੀ ਪਾਰਟੀ ਵੀ ਟੁੱਟਦੀ ਰਹੀ ਹੈ। ਇਹ 'ਚ ਕੋਈ ਰੌਲਾ ਨਹੀਂ ਹੈਗਾ ਵੀ ਨਹੀਂ ਟੁੱਟਦੀ। ਇਸ ਕਰਕੇ ਮੇਰੀ ਤਾਂ ਇਹ, ਮੈਂ ਤਾਂ ਕਾਨੂੰਨੀ ਪੱਖ ਤੋਂ ਗੱਲ ਕਰ ਰਿਹਾ ਵੀ ਕਾਨੂੰਨੀ ਪੱਖ ਤੋਂ ਵੀ ਗੈਰ ਸੰਵਿਧਾਨਕ ਹੈ ਜਦੋਂ ਤੁਸੀਂ ਫਲੋਰ ਆਫ ਦੀ ਹਾਊਸ ਆਪਣੀ ਮੈਜੋਰਟੀ ਨਹੀਂ ਪ੍ਰੂਵ ਕੀਤੀ। ਜਿਸ ਪਾਰਲੀਮੈਂਟ ਦੇ ਉੱਤੇ ਬਿੱਲ ਇੱਕ ਲਟਕਦਾ ਹੋਵੇ ਨੋ ਕਨਫੀਡੈਂਸ ਮੋਸ਼ਨ, ਉਹ ਬਿਨਾਂ ਨੋ ਕਨਫੀਡੈਂਸ ਮੋਸ਼ਨ ਤੇ ਚਰਚਾ ਕਰੇ, ਬਿੱਲਾਂ ਨੂੰ ਪਾਸ ਕਰੀ ਜਾਵੇ, ਇਹ ਗੱਲ ਗੈਰ ਸੰਵਿਧਾਨਕ ਹੈ ਔਰ ਇਹ ਨਾ ਸਾਡੇ ਜੋ ਸਾਡੇ ਕਨਵੈਨਸ਼ਨਸ ਨੇ ਉਹਦੇ ਤੇ ਵਿੱਚ ਫਿੱਟ ਬੈਠਦੀ ਹੈ, ਨਾ ਹੀ ਸੰਵਿਧਾਨ ਦੇ ਵਿੱਚ ਇਹ ਗੱਲ ਫਿੱਟ ਬੈਠਦੀ ਹੈ। ਠੀਕ ਹੈ, ਚੰਨੀ ਸਾਹਿਬ ਕੁਝ ਕਹਿਣਾ ਚਾਹੁੰਦੇ ਹੋ? ਬਾਕੀ ਤਾਂ ਬਿਲਕੁਲ ਜੀ, ਪਹਿਲਾਂ ਤਾਂ ਮੈਂ ਸੁਖਦੇਵ ਸਿੰਘ ਜੀ ਦੀ ਗੱਲ ਦਾ ਜਵਾਬ ਦੇਣਾ, ਬੜਾ ਸੰਵਿਧਾਨ ਕਰ ਰਹੇ ਨੇ ਤੇ ਗੈਰ ਸੰਵਿਧਾਨਕ ਦੱਸਦੇ ਨੇ ਹਰ ਗੱਲ ਨੂੰ। ਇਹਨਾਂ ਆਪਣਾ ਪਿਛੋਕੜ ਪਹਿਲਾਂ ਦੇਖ ਲੈਣ। ਜਦੋਂ ਸੁਪਰੀਮ ਕੋਰਟ ਨੇ ਇੰਦਰਾ ਗਾਂਧੀ ਦੇ ਖਿਲਾਫ ਫੈਸਲਾ ਦਿੱਤਾ ਸੀ ਤਾਂ ਇਹਨਾਂ ਨੇ ਕਾਨੂੰਨ ਕੀ, ਇਹਨਾਂ ਨੇ ਐਮਰਜੈਂਸੀ ਲਾ ਕੇ ਸਾਰਾ ਦੇ ਕੇ ਜੇਲ੍ਹ ਬਣਾ ਦਿੱਤੀ ਸੀ। ਤੇ ਦੂਜੀ ਗੱਲ, ਜਿਹੜੇ ਗਰੇਵਾਲ ਸਾਹਿਬ ਕਹਿ ਰਹੇ ਨੇ ਫਲਾਣੇ ਨੂੰ ਅੰਦਰ ਕਰਤਾ, ਫਲਾਣੇ ਨੂੰ ਅੰਦਰ ਕਰਤਾ, ਤੁਸੀਂ ਤਾਂ ਦਿੱਲੀ ਵਾਲੇ ਪੰਜਾਬ ਦੀ ਪੁਲਿਸ ਨੂੰ ਨਜਾਇਜ਼ ਵਰਤ ਕੇ ਕਦੀ ਅਲਕਾ ਲਾਂਬਾ ਨੂੰ, ਕਦੀ ਕੁਮਾਰ ਵਿਸ਼ਵਾਸ ਨੂੰ, ਕਦੀ ਜਿਹਨੂੰ ਦਿੱਲੀੋਂ ਬਿਨਾਂ ਕਰਨ ਨੂੰ ਚੱਕ ਕੇ ਇੱਥੇ ਲੈ ਆਏ ਸੀ। ਤੁਸੀਂ ਕੀ ਕਰਦੇ ਹੋ?
ਤੁਸੀਂ ਜਿਹੜਾ ਬੜਾ ਹੁਕਮ ਦਾ ਆਪਣੀ ਪੀੜ੍ਹੀ ਥੱਲੇ ਟੋਟਾ ਫੇਰੋ ਵੀ ਤੁਸੀਂ ਕੀ ਕਰ ਰਹੇ ਹੋ। ਜੇ ਤੁਹਾਡੇ ਕੋਲ ਜਿਹੜੀ ਇੰਨਾ ਸ਼ੁਕਰ ਹੈ ਤੁਹਾਡੇ ਕੋਲ ਤਾਕਤ ਨਹੀਂ ਹੈਗੀ, ਨੇ ਤੁਸੀਂ ਉੱਥੇ ਪਤਾ ਨਹੀਂ ਕੀ ਕਰਨਾ ਸੀ। ਤੁਸੀਂ ਪੰਜਾਬ 'ਚ ਬੈਠ ਕੇ ਦਿੱਲੀ ਵਾਲਿਆਂ ਨੂੰ ਚੱਕ ਕੇ ਅੰਦਰ ਲਿਆਣਾ ਕਰਨਾ ਸ਼ੁਰੂ ਕਰਤਾ ਤੁਸੀਂ, ਤੇ ਫਿਰ ਉਹਦੇ 'ਚ ਕੀ ਹਾਲ ਹੋਇਆ ਤੁਹਾਡਾ ਉਹ ਸਾਰੀ ਦੁਨੀਆ ਜਾਣਦੀ ਹੈ। ਤੇ ਕੀ ਸੁਪਰੀਮ ਕੋਰਟ ਨੇ ਤੁਹਾਡੇ ਖਿਲਾਫ ਕੀਤਾ। ਹਾਂਜੀ ਗਰੇਵਾਲ ਸਾਹਿਬ, ਦੋ ਵਾਰ ਤੁਹਾਨੂੰ ਸੁਪਰੀਮ ਕੋਰਟ ਠੀਕ ਹੈ ਚੰਨੀ। ਹਾਂਜੀ ਗਰੇਵਾਲ ਗੱਲਾਂ ਕਰਦੇ ਹੋ ਸਮਝਾਉਣ ਦੀਆਂ। ਪੰਜਾਬ 'ਚ ਅਮਨ ਸ਼ਾਂਤੀ ਖਰਾਬ ਕਰਾਂਗੇ, ਜੇ ਬੱਗੇ ਆਪਣਾ ਨਫ਼ਰਤ ਕਰਾਊਗਾ ਉਹਦਾ ਮੂੰਹ ਤਾਂ ਬੰਦ ਕਰਾਂਗੇ। ਪੰਜਾਬ 'ਚ ਜੇ ਕੋਈ ਅਮਨ ਸ਼ਾਂਤੀ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ, ਅਸੀਂ ਨਹੀਂ ਮਾਹੌਲ ਖਰਾਬ ਹੋਣ ਦਿੱਤਾ, ਅਸੀਂ ਮਨੀਪੁਰ ਨਹੀਂ ਬਣਨ ਦਿੱਤਾ, ਅਸੀਂ ਹਰਿਆਣਾ ਨਹੀਂ ਬਣਨ ਦਿੱਤਾ ਸਰ, ਨਹੀਂ ਬਣਨ ਦੇਵਾਂਗੇ। ਗਰੇਵਾਲ ਸਾਹਿਬ ਜਿਹੜੇ ਮੈਂ ਨਾਂ ਲਏ ਆ ਉਹਨਾਂ ਪੰਜਾਬ ਦੇ ਅਮਨ ਕਾਨੂੰਨ ਨਾਲ ਕੀ ਲਿੰਕ ਸੀ? ਦੇਸ਼ ਦੇ ਇੱਕ ਪ੍ਰਾਂਤ ਦੇ ਵਿੱਚ ਬਟਵਾਰਾ ਹੋ ਜਾਂਦਾ ਤੇ ਦੇਸ਼ ਦੇ ਮੂੰਹ ਚੋਂ ਅੱਖਰ ਵੀ ਨਹੀਂ ਨਿਕਲਦਾ, ਇੱਕ ਅੱਖਰ ਨਹੀਂ ਨਿਕਲਦਾ। ਦੇਸ਼ ਦੇ ਪ੍ਰਾਂਤ ਦੇ ਵਿੱਚ 10,000 ਬੰਦੂਕਾਂ ਲੋਕ ਆਈ ਕਾਰਡ ਦੇ ਕੇ ਲੈ ਜਾਂਦੇ ਨੇ ਆਰਮੀ ਤੋਂ, ਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਮੂੰਹ ਚੋਂ ਇੱਕ ਅੱਖਰ ਨਹੀਂ ਨਿਕਲਦਾ। ਦੇਸ਼ ਦੇ ਵਿੱਚ ਧੀਆਂ ਭੈਣਾਂ ਨੂੰ ਸਾਰੇ ਦੇਸ਼ ਫਿਰਾਇਆ ਜਾਂਦਾ, ਬੇਇੱਜ਼ਤ ਕੀਤਾ ਜਾਂਦਾ, ਦੇਸ਼ ਦੇ ਪ੍ਰਧਾਨ ਮੰਤਰੀ ਦੇ ਮੂੰਹ ਚੋਂ ਅੱਖਰ ਨਹੀਂ ਨਿਕਲਦਾ। ਦੇਸ਼ ਦੇ ਵਿੱਚ ਇੱਕ ਬਲਾਤਕਾਰੀ ਦੇ 11 ਆਰੋਪੀਆਂ ਨੂੰ ਉਹਦੇ ਬੱਚੇ ਮਾਰਨ ਵਾਲੇ ਨੂੰ ਹਾਰ ਪਾ ਕੇ ਬਿਠਾਇਆ ਜਾਂਦਾ, ਪ੍ਰਧਾਨ ਮੰਤਰੀ ਦੇ ਮੂੰਹ ਚੋਂ ਇੱਕ ਸ਼ਬਦ ਨਹੀਂ ਨਿਕਲਦਾ। ਦੇਸ਼ ਦੇ ਵਿੱਚ ਇੱਕ MP ਬੱਚਿਆਂ ਨਾਲ ਰੈਸਲਰਸ ਨਾਲ ਧੱਕਾ ਕਰਦਾ, ਉਹਨੂੰ ਅਰੈਸਟ ਨਹੀਂ ਕੀਤਾ ਜਾਂਦਾ, ਪ੍ਰਧਾਨ ਮੰਤਰੀ ਦੇ ਮੂੰਹ ਚੋਂ ਸ਼ਬਦ ਨਹੀਂ ਨਿਕਲਦਾ। ਤੁਸੀਂ ਮੇਰੇ ਨਾਲ ਗੱਲ ਸੁਣੋ ਸਰਦਾਰ ਜੀ, ਜਦੋਂ ਮਰਜ਼ੀ ਇਸ ਗੱਲ ਤੇ ਬਹਿਸ ਕਰ ਲਿਓ, ਕਿਹਦੀ ਪੀੜੀ ਹੈ ਸੋਟਾ ਮਾਰਨਾ ਸਭ ਨੂੰ ਪਤਾ। ਅਸੀਂ ਇੱਕ ਗੱਲ ਕਹਿ ਰਹੇ ਹਾਂ, ਜਿਸ ਤਰ੍ਹਾਂ ਤੁਸੀਂ ਸੰਵਿਧਾਨ ਛਿੱਕੇ ਟੰਗਿਆ, ਜਿਸ ਤਰ੍ਹਾਂ ਤੁਸੀਂ ਏਜੰਸੀਆਂ ਵਰਤ ਕੇ, ਜਿਸ ਤਰ੍ਹਾਂ ਤੁਸੀਂ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਜ਼ਿਆਦਾ ਦੇਰ ਨਹੀਂ ਚੱਲੂਗਾ। ਜਿੰਨਾ ਚਿਰ ਹੈਗਾ ਇੰਜੋਏ ਕਰ ਲਓ। ਨਾ ਤਾਂ ਦੇਸ਼ ਦੀ ਲੁੱਟ ਹੋਣ ਦੇਵਾਂਗੇ, ਨਾ ਸੰਵਿਧਾਨ ਨੂੰ ਖਰਾਬ ਹੋਣ ਦੇਵਾਂਗੇ, ਨਾ ਦੇਸ਼ ਨੂੰ ਵੰਡੇ ਜਾਣ ਦੇਵਾਂਗੇ। ਵਾਅਦਾ ਰਹੇ। ਠੀਕ ਹੈ ਚੰਨੀ ਸਾਹਿਬ, ਆਖਰੀ ਗੱਲ ਰੱਖਿਓ ਤੇ ਇਸ ਤੋਂ ਬਾਅਦ ਚਰਚਾ ਨੂੰ ਵਿਰਾਮ ਦੇਵਾਂਗੇ। ਹਾਂਜੀ ਗਰੇਵਾਲ ਸਾਹਿਬ ਕਹਿ ਰਹੇ ਨੇ ਜੀ ਵੀ ਬੀਜੇਪੀ ਦਾ ਕੋਈ ਲੀਡਰ ਬੋਲਿਆ ਨਹੀਂ। ਮਨੀਪੁਰ ਦੀ ਹਿੰਸਾ ਬਾਰੇ ਪ੍ਰਾਈਮ ਮਿਨਿਸਟਰ ਨੇ ਖੁਦ ਇਹ ਗੱਲ ਕਹੀ ਹੈ ਕਿ ਸਾਡਾ ਸਿਰ ਸ਼ਰਮ ਨਾਲ ਝੁਕਦਾ ਇਸ ਘਟਨਾ ਨਾਲ। ਪਰ ਇਹਨਾਂ ਨੂੰ ਪੁੱਛੋ ਇਹਨਾਂ ਦੇ ਕੇਜਰੀਵਾਲ ਕੀ ਕਹਿੰਦੇ ਨੇ। ਇੱਕ ਆਪਣੇ ਪੰਜਾਬ ਦੀ ਬਹੁਤ ਮਸ਼ਹੂਰ ਡਾਕਟਰ ਲੇਡੀ ਹੈ ਹਰਸ਼ਿੰਦਰ ਕੌਰ, ਸਾਰਾ ਪੰਜਾਬ ਉਹਨੂੰ ਜਾਣਦਾ ਹੈ ਤੇ ਉਹ ਪੰਜਾਬ ਦੇ ਹਿੱਤਾਂ ਲਈ ਲੜਦੀ ਹੈ। ਉਹਦੀ ਵੀਡੀਓ ਚੱਲ ਰਹੀ ਹੈ ਜਿਹਦੇ ਵਿੱਚ ਉਹ ਦੱਸ ਰਹੀ ਹੈ ਕਿ ਇੱਕ ਨਾਬਾਲਗ ਲੜਕੀ ਨਾਲ ਬੀਜੇਪੀ ਦੇ ਇੱਕ ਲੀਡਰ ਨੇ ਬਲਾਤਕਾਰ ਕੀਤਾ ਤੇ ਉਹਦੀ ਮਾਂ ਕੇਜਰੀਵਾਲ ਕੋਲ ਗਈ ਹੈ ਤੇ ਕੇਜਰੀਵਾਲ ਸਾਹਿਬ ਨੂੰ ਕਹਿੰਦੇ ਆ ਤੂੰ ਸਮਝੌਤਾ ਕਰ ਲੈ। ਆ ਇਹਨਾਂ ਦਾ ਕਿਰਦਾਰ ਹੈ। ਉਹ ਸਮਝੌਤਾ ਕਰਨ ਲਈ ਕੇਜਰੀਵਾਲ ਖੁਦ ਕਹਿ ਰਹੇ ਨੇ, ਖੁਦ ਕੇਜਰੀਵਾਲ ਨੇ ਕਿਹਾ ਤੁਹਾਨੂੰ ਕਹੋ ਮੈਂ ਵੀਡੀਓ ਵੀਡੀਓ ਦਿਖਾ ਦੂੰ, ਨਹੀਂ ਤੁਸੀਂ ਮੇਰੇ ਤੇ ਕੇਸ ਦਰਜ ਕਰ ਦਿਓ। ਮੈਂ ਕਲੀਅਰ ਰਿਸਪੌਂਸਿਬਿਲਿਟੀ ਨਾਲ ਕਹਿ ਰਿਹਾ ਵੀਡੀਓ ਚੱਲ ਰਹੀ ਹੈ ਜਿਹਦੇ ਡਾਕਟਰ ਹਰਸ਼ਿੰਦਰ ਕੌਰ ਇਹ ਗੱਲ ਕਹਿ ਰਹੀ ਹੈ ਜਿਹੜੀ ਕਿ ਪੰਜਾਬ ਦੀ ਮੰਨੀ ਪ੍ਰਮੰਨੀ ਹਸਤੀ ਹੈ। ਉਹ ਸਰ WhatsApp ਯੂਨੀਵਰਸਿਟੀ ਦੀ ਜਾਣਕਾਰੀ ਤੇ ਨਾ ਗਿਆਨ ਫੈਲਿਆ ਕਰੋ। WhatsApp ਨਹੀਂ, ਤੁਸੀਂ WhatsApp ਦਾ ਤੁਸੀਂ ਸ਼ੁਰੂ ਹੋਏ ਹੋ। ਹਰ ਇੱਕ ਨੂੰ WhatsApp ਕਹੀ ਜਾਂਦੇ, ਹਰ ਗੱਲ ਨੂੰ WhatsApp ਕਹਿ ਦਿੰਦੇ ਹੋ। WhatsApp ਤੋਂ ਤੁਸੀਂ ਸ਼ੁਰੂ ਹੋਏ ਹੋ, ਸੋਸ਼ਲ ਮੀਡੀਆ ਤੋਂ ਤੁਸੀਂ ਸ਼ੁਰੂ ਕੀਤਾ। ਕੋਈ ਜਾਣਦਾ ਵੀ ਨਹੀਂ ਸੀ, ਸੋਸ਼ਲ ਮੀਡੀਆ ਸਿਰ ਤਾਂ ਤੁਸੀਂ ਅੱਗੇ ਆਏ ਹੋ ਵੀ ਦੂਜਿਆਂ ਨੂੰ WhatsApp ਕਹੀ ਜਾਂਦੇ ਹੋ, ਹਰ ਗੱਲ ਨੂੰ WhatsApp ਲੈ ਜਾਂਦੇ ਹੋ। ਉਹਨੇ ਬਲਾਤਕਾਰੀ ਨੂੰ ਕਿਹਾ, ਉਹਨੇ ਫਲਾਣਾ ਕਿਹਾ, ਤੁਸੀਂ ਫੜ ਕੇ ਅੰਦਰ ਦੇ ਦਿੰਦੇ। ਸਰ ਮੈਂ ਤਾਂ ਹੀ ਕਹਿ ਰਿਹਾ ਲਿਟਲ ਨੌਲੇਜ ਇਜ਼ ਅ ਡੇਂਜਰਸ ਥਿੰਗ। ਮੈਂ ਤੁਹਾਡੇ ਕੇਜਰੀਵਾਲ ਦਾ ਬਿਆਨ ਦੀ ਗੱਲ ਕਰ ਰਿਹਾ, ਫੜ ਕੇ ਅੰਦਰ ਦੇਣ ਦੀ ਗੱਲ। ਉਹ ਫੜਿਆ ਜਾਊਗਾ ਜੋ ਵੀ ਹੈਗਾ, ਸਭ ਕੁਝ ਕਾਰਵਾਈ ਤਾਂ ਅਲੱਗ ਚੀਜ਼ ਹੈ। ਕਿ ਕੇਜਰੀਵਾਲ ਨੇ ਬਿਆਨ ਕਿਉਂ ਦਿੱਤਾ ਹੈ ਇਹ ਪੁੱਛ ਰਿਹਾ ਮੈਂ ਤੁਹਾਨੂੰ। ਫੜਨਾ ਇੱਕ ਅਲੱਗ ਗੱਲ ਹੈ। ਕੇਜਰੀਵਾਲ ਸਾਹਿਬ ਨੇ ਸਮਝੌਤਾ ਕਰ ਲੈ, ਬਲਾਤਕਾਰ ਦੀ ਪੀੜਤ ਲੜਕੀ ਨੂੰ ਕਹਿੰਦੇ ਸਮਝੌਤਾ ਕਰ ਲੈ। ਕਦੋਂ? ਤੁਹਾਡੀ ਆਵਾਜ਼ ਹੀ ਨਹੀਂ ਆ ਰਹੀ, ਹੁਣ ਆਵਾਜ਼ ਹੀ ਨਹੀਂ ਆ ਰਹੀ ਤੁਹਾਡੀ ਆਵਾਜ਼ ਹੀ ਨਹੀਂ ਆ ਰਹੀ ਤੁਹਾਡੀ। ਕਿੱਥੇ ਗਈ ਆਵਾਜ਼? ਤੁਹਾਡੀ ਆਵਾਜ਼ ਕਿੱਥੇ ਗਈ ਹੈ? ਆਵਾਜ਼ ਤੁਹਾਡੀ ਕਿੱਥੇ ਗਈ? ਮੈਂ ਬੋਲ ਰਿਹਾ ਤੁਹਾਨੂੰ ਸੁਣ ਨਹੀਂ ਰਿਹਾ, ਮੈਂ ਕੀ ਕਰਾਂ? ਤੁਹਾਨੂੰ ਸੁਣ ਨਹੀਂ ਰਿਹਾ। ਹੁਣ ਕਦੋਂ ਕਿਹਾ ਹੁਣ ਆਈ ਆ, ਬੋਲੋ। ਤੁਹਾਨੂੰ ਸੁਣਦਾ ਤੁਸੀਂ ਦੇਖੋ ਫਿਰ ਗਈ। ਤੁਸੀਂ ਰਸਤੇ ਮੇਰੇ ਕੋਲ ਆਉਂਦੇ ਮੈਂ ਕਹਿ ਰਿਹਾ ਆਵਾਜ਼ ਕਿੱਥੇ ਹੈ ਤੁਹਾਡੀ। ਮੈਂ ਤਾਂ ਹੀ ਪੁੱਛ ਰਿਹਾ ਤੁਹਾਨੂੰ ਵੀ ਆਵਾਜ਼ ਕਿੱਥੇ ਤੁਹਾਡੀ। ਆਪਾਂ ਮੇਰੀ ਇੱਕ ਬੇਨਤੀ ਹੈ ਵੀ ਆਪਾਂ ਇਸ ਚੀਜ਼ ਦੇ ਵਿੱਚ ਨਾ ਪਈਏ। ਅੱਜ ਜਿਸ ਵਿਸ਼ੇ ਦੇ ਉੱਤੇ ਆਪਾਂ ਚਰਚਾ ਕਰਨੀ ਸੀ ਉਹਦੇ ਉੱਤੇ ਆਪਾਂ ਫੋਕਸ ਰਹਿੰਦੇ ਹਾਂ। ਪਰ ਗੱਲ ਇਹ ਹੈ ਕਿ ਡੈਮੋਕ੍ਰੇਸੀ ਦੇ ਅੰਦਰ ਹਰ ਇੱਕ ਵੋਟ ਦੀ ਓਨੀ ਹੀ ਵੈਲਿਊ ਹੈ ਜਿਹੜੀ ਸਰਕਾਰ ਨੂੰ ਭੁਗਤੀ ਹੈ ਜਾਂ ਫਿਰ ਜਿਹੜੀ ਵਿਰੋਧੀ ਧਿਰਾਂ ਨੂੰ ਭੁਗਤੀ ਹੈ। ਰਾਏ ਸਾਰਿਆਂ ਦੀ ਹੀ ਜ਼ਰੂਰੀ ਹੈ। ਬਾਕੀ ਸਰਕਾਰਾਂ ਆਈਆਂ ਗਈਆਂ, ਆਪਣੇ ਕੰਮ ਕੀਤੇ ਕਰਦੀਆਂ ਰਹਿੰਦੀਆਂ ਨੇ, ਪਰ ਇੱਥੇ ਤਖਤੇ ਪਲਟ ਵੀ ਹੋਏ ਨੇ।
ਇੱਥੇ ਨਵੀਆਂ ਸਰਕਾਰਾਂ ਆਈਆਂ ਨੇ, ਪੁਰਾਣੀਆਂ ਗਈਆਂ ਨੇ, ਕਈ ਹਮੇਸ਼ਾ ਲਈ ਵੀ ਚਲੀਆਂ ਗਈਆਂ ਨੇ, ਕਈ ਖਤਮ ਹੁੰਦੀਆਂ ਹੁੰਦੀਆਂ ਹੋ ਵੀ ਰਹੀਆਂ ਨੇ। ਬਾਕੀ ਸਭ ਆਪ ਸਿਆਣੇ ਹੈ, ਲੋਕਾਂ ਨੇ ਆਪ ਇਸ ਗੱਲ ਦਾ ਫੈਸਲਾ ਕਰ ਲੈਣਾ। ਤੁਸੀਂ ਇਸ ਚਰਚਾ 'ਚ ਆਏ, ਤੁਹਾਡਾ ਸਭ ਦਾ ਧੰਨਵਾਦ। ਸਤਿ ਸ੍ਰੀ ਅਕਾਲ ਜੀ। ਦੀ ਸਪੋਕਸਮੈਨ ਡਿਬੇਟ 'ਚ ਅੱਜ ਦੇ ਲਈ ਇੰਨਾ ਹੀ। ਭਲਕੇ ਕਿਸੇ ਹੋਰ ਵਿਸ਼ੇ ਨਾਲ ਰੂਬਰੂ ਹੋਵਾਂਗੇ। ਉਦੋਂ ਤੱਕ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।